टाइम एंड वर्क का जो सैकेंड अपना कोल पोर्शन है वर्क एंड वेजिज वो आप स्टार्ट कर रहे हैं। ਜਿਹੜਾ वर्क एंड वेजिज चैप्टर है ये अपने को 3 ਲੈਕਚਰ ਦੇ ਵਿੱਚ ਆਪਣੇ ਕੋਲ ਖਤਮ ਹੋ ਜਾਊਗਾ। ਇਸ ਦੇ ਵਿੱਚ ਕੀ 3 ਤਰ੍ਹਾਂ ਦੇ ਕੁਐਸਚਨ ਆਣਗੇ। ਇੱਕ ਤਾਂ ਮੈਨ ਵੂਮਨ ਵਾਲੇ, ਇੱਕ ਹੁੰਦਾ ਵੀ ਜੇ ਕੁਝ ਨੰਬਰ ਆਫ ਮੈਨ ਇੰਨੇ ਦਿਨ ਚ ਕੰਮ ਪੂਰਾ ਕਰਦੇ ਨੇ ਤਾਂ ਇੰਨੇ ਨੰਬਰ ਆਫ ਮੈਨ ਕਿੰਨੇ ਦਿਨ ਚ ਕੰਮ ਪੂਰਾ ਕਰਨਗੇ, ਤਾਂ ਇੱਕ ਇਹ ਟਾਈਪ ਹੋਊਗੀ। ਇੱਕ ਥਰਡ ਟਾਈਪ ਹੋਊਗੀ ਜੇ ਆਪਣੇ ਕੋਲੇ मैन चाइल्ड ਤੇ ਵੂਮਨ ਹੈ ਜਾਂ ਫਿਰ ਕੋਈ 3 ਵਰਕਰ ਨੇ ਉਹਨਾਂ ਦੀ ਐਫੀਸ਼ੀਐਂਸੀ ਡਿਫਰੈਂਟ ਹੈ ਤੇ ਉਹ ਡਿਫਰੈਂਟ ਡੇਜ਼ ਲਈ ਕੰਮ ਕਰਦੇ ਨੇ, ਤਾਂ ਜੋ ਵੀ ਕੁੱਲ ਆਪਣੇ ਕੋਲ ਉਹਨਾਂ ਦੀ ਜੋ ਵੇਜਿਸ ਹੁੰਦੇ ਉਹਨਾਂ ਦੀ ਦਿਹਾੜੀ ਹੁੰਦੀ ਹੈ ਉਹਨਾਂ ਨੂੰ ਮਿਲਦੀ ਹੈ, ਤਾਂ ਉਹਨਾਂ ਨੂੰ ਕਿੰਨੀ ਮਿਲੂਗੀ। ਤਾਂ ਇਹ ਆਪਣੇ ਕੋਲ ਕੀ 3 ਟਾਈਪਸ ਨੇ। ਤਾਂ ਆਪਾਂ ਵਰਕ ਐਂਡ ਵੇਜਿਸ ਦੀ ਟਾਈਪ 1 ਸਟਾਰਟ ਕਰਦੇ ਹਾਂ। ਤਾਂ ਇਸ ਤੋਂ ਪਹਿਲਾਂ ਕੁਝ ਆਪਣੇ ਕੋਲ ਕਨਸੈਪਟ ਹੈ ਉਹ ਆਪਾਂ ਸਮਝਦੇ ਹਾਂ। ਦੇਖੋ ਕੀ ਕਨਸੈਪਟ ਹੈ ਵਰਕ ਐਂਡ ਵੇਜਿਸ टाइप 1। ਜਿਹੜਾ ਕਨਸੈਪਟ ਹੈ ਕੀ ਹੈ, ਦੇਖੋ ਆਪਣੇ ਕੋਲ ਜਿਹੜਾ ਵਰਕ ਹੁੰਦਾ, ਮੰਨ ਲਓ ਕੋਈ ਵਰਕ ਹੈਗਾ, ਤਾਂ ਜਿਹੜਾ ਵਰਕ ਹੈ ਉਹ ਡਿਪੈਂਡ ਕਰਦਾ ਹੁੰਦਾ ਨੰਬਰ ਆਫ ਮੈਨ ਤੇ। ਮਤਲਬ ਕਿ ਜਿੰਨੇ ਜ਼ਿਆਦਾ ਗਿਣਤੀ ਦੇ ਵਿੱਚ ਨੰਬਰ ਆਫ ਮੈਨ ਹੋਣਗੇ ਉਨਾ ਜ਼ਿਆਦਾ ਵਰਕ ਕੀ ਹੋਊਗਾ, ਜ਼ਿਆਦਾ ਹੋਊਗਾ ਨੰਬਰ ਆਫ ਮੈਨ ਤੇ। ਇਹ ਕੀ ਹੁੰਦਾ, ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ ਹੈਗਾ। ਤਾਂ ਮੈਂ ਕੀ ਲਿਖੂੰਗਾ, W ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਨੰਬਰ ਆਫ ਮੈਨ। N ਮੀਨਸ ਕੀ ਹੈ, ਨੰਬਰ ਆਫ ਮੈਨ, ਜਾਂ ਫਿਰ ਆਪਾਂ M ਨੂੰ ਆਪਾਂ M ਹੀ ਲਿਖ ਲੈਂਦੇ ਹਾਂ। ਠੀਕ ਹੈ ਜੀ, ਨੰਬਰ ਆਫ ਮੈਨ ਦੀ ਜਗ੍ਹਾ ਇਹਦਾ ਮਤਲਬ ਕੀ ਹੈ, ਜਿਹੜਾ ਵਰਕ ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਮੈਨ ਤੇ। ਜਿੰਨੇ ਜ਼ਿਆਦਾ ਮੈਨ ਹੋਣਗੇ ਉਨਾ ਜ਼ਿਆਦਾ ਕੀ ਹੋਊਗਾ, ਵਰਕ ਹੋਊਗਾ। ਸਿੰਪਲ ਚੀਜ਼ ਹੈ ਜੀ। ਇਸ ਤੋਂ ਅੱਗੇ ਦੇਖੋ, ਜਿਹੜਾ ਵਰਕ ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਵੀ ਹੁੰਦਾ ਟਾਈਮ ਤੇ। ਮਤਲਬ ਕਿ ਜੇ ਇੱਕ ਪਰਸਨ ਹੈ, ਮੰਨ ਲਓ A ਪਰਸਨ ਹੈ, ਉਹਨੇ 6 ਘੰਟੇ ਕੰਮ ਕੀਤਾ ਤੇ ਉਸਨੇ A ਪਰਸਨ ਨੇ 8 ਘੰਟੇ ਕੰਮ ਕੀਤਾ, ਤਾਂ ਕਿਹੜੇ ਕੇਸ ਦੇ ਵਿੱਚ ਕੰਮ ਜ਼ਿਆਦਾ ਹੋਊਗਾ, ਜਿਹਦੇ ਵਿੱਚ 8 ਘੰਟੇ ਹੋਣਗੇ। ਤਾਂ ਜੋ ਵਰਕ ਹੋ ਗਿਆ ਉਹ ਟਾਈਮ ਦੇ ਵੀ ਕੀ ਹੋ ਗਿਆ, ਡਾਇਰੈਕਟਲੀ ਪ੍ਰਪੋਰਸ਼ਨਲ ਹੋ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਐਫੀਸ਼ੀਐਂਸੀ। ਤਾਂ ਜੋ ਵਰਕ ਹੈ ਜਿੰਨੀ ਜ਼ਿਆਦਾ ਐਫੀਸ਼ੀਐਂਸੀ ਹੋਊਗੀ ਉਨਾ ਜ਼ਿਆਦਾ ਵਰਕ ਹੋਊਗਾ। ਮੰਨ ਲਓ ਇੱਕ ਪਰਸਨ A ਹੈ, ਇੱਕ ਪਰਸਨ B ਹੈ। ਇਸ ਦੀ ਐਫੀਸ਼ੀਐਂਸੀ ਕਿੰਨੀ ਹੈ, 5 ਹੈ। ਇਹਦੀ ਐਫੀਸ਼ੀਐਂਸੀ ਕਿੰਨੀ ਹੈ, 6 ਹੈ। ਤਾਂ ਆਪਾਂ ਨੂੰ ਪਤਾ ਕਿ ਬਰਾਬਰ ਟਾਈਮ ਦੇ ਵਿੱਚ ਜੇ ਦੋਨੋਂ 2-2 ਘੰਟੇ ਲੈਣਗੇ ਤਾਂ A ਕਿੰਨਾ ਕੰਮ ਕਰ ਦੂਗਾ, 10 ਯੂਨਿਟ, B ਕਿੰਨਾ ਕਰ ਦੂਗਾ, 12 ਯੂਨਿਟ ਕੰਮ ਕਰ ਦੂਗਾ। ਤਾਂ ਐਫੀਸ਼ੀਐਂਸੀ ਦੇ ਵੀ ਕੀ ਹੋ ਗਿਆ, ਵਰਕ ਡਾਇਰੈਕਟਲੀ ਪ੍ਰਪੋਰਸ਼ਨਲ ਹੋ ਗਿਆ। ਠੀਕ ਹੈ ਜੀ। ਤਾਂ ਜਿਹੜਾ ਵਰਕ ਹੈ ਉਹ ਨੰਬਰ ਆਫ ਮੈਨ ਦੇ, ਟਾਈਮ ਦੇ ਤੇ ਐਫੀਸ਼ੀਐਂਸੀ ਦੇ ਕੀ ਹੋ ਗਿਆ, ਡਾਇਰੈਕਟਲੀ ਪ੍ਰਪੋਰਸ਼ਨਲ ਹੋ ਗਿਆ। ਤਾਂ ਆਪਾਂ ਇਸ ਚੀਜ਼ ਨੂੰ ਲਿਖਾਂਗੇ, ਜੋ ਵਰਕ ਹੈ ਨੰਬਰ ਆਫ ਮੈਨ ਦੇ ਇਕੁਅਲ ਹੈ, ਟਾਈਮ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਤੇ ਐਫੀਸ਼ੀਐਂਸੀ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ। ਤਾਂ ਇਸ ਚੀਜ਼ ਨੂੰ ਆਪਾਂ ਸਮ ਅਪ ਕਰਕੇ ਬੋਲ ਸਕਦੇ ਹਾਂ ਕਿ ਜੋ ਵਰਕ ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਮੈਨ ਇੰਟੂ ਟਾਈਮ ਇੰਟੂ ਐਫੀਸ਼ੀਐਂਸੀ ਦੇ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਆਪਾਂ ਕੀ ਕਹਿ ਸਕਦੇ ਹਾਂ, ਜਿਹੜਾ ਵਰਕ ਹੈ ਉਹ ਮੈਨ ਇੰਟੂ ਟਾਈਮ ਇੰਟੂ ਐਫੀਸ਼ੀਐਂਸੀ ਜਾਂ ਕੁਝ ਵੀ ਹੈ ਉਹਦੇ ਕੀ ਹੈ, ਡਾਇਰੈਕਟਲੀ ਕੀ ਹੋਊਗਾ, ਪ੍ਰਪੋਰਸ਼ਨਲ ਹੋਊਗਾ। ਹੁਣ ਇਸ ਤੋਂ ਅੱਗੇ ਦੇਖੋ, ਜੇ ਮੈਂ ਕੋਈ ਵਰਕ ਸਪੋਜ਼ ਕਰ ਲਾਂ W1, ਕੋਈ ਵਰਕ ਹੈ ਜੀ W1, ਉਸ ਨੂੰ ਕੌਣ ਕਰ ਰਿਹਾ ਹੈਗਾ, ਉਸ ਨੂੰ M1 ਮੈਨ ਕਰ ਰਹੇ ਨੇ, T1 ਟਾਈਮ 'ਚ ਕਰਦੇ ਨੇ। ਠੀਕ ਹੈ ਜੀ। ਚਲੋ ਐਫੀਸ਼ੀਐਂਸੀ ਤਾਂ ਉਹਨਾਂ ਦੀ ਮੈਨ ਦੀ ਹੋਊਗੀ, ਤਾਂ E1 ਆਪਾਂ ਐਫੀਸ਼ੀਐਂਸੀ ਲਿਖ ਲੈਂਦੇ ਹਾਂ। ਠੀਕ ਹੈ ਜੀ। ਤਾਂ ਇਹ ਚੀਜ਼ ਮੈਂ ਕੀ ਲਿਖੂੰਗਾ, ਇਹਦੇ ਕੀ ਹੋਊਗਾ, ਡਾਇਰੈਕਟਲੀ ਪ੍ਰਪੋਰਸ਼ਨਲ ਹੋਊਗਾ। ਜੇ ਆਪਾਂ ਪ੍ਰਪੋਰਸ਼ਨੈਲਿਟੀ ਦਾ ਸਿੰਬਲ ਹਟਾ ਕੇ ਨਾਲ K ਲਗਾ ਦਈਏ ਤਾਂ ਆਪਾਂ ਲਗਾ ਸਕਦੇ ਹਾਂ। ਉਸ ਤੋਂ ਬਾਅਦ W2 ਆ ਗਿਆ ਮੇਰੇ ਕੋਲ। ਠੀਕ ਹੈ ਜੀ। W2 ਮੇਰੇ ਕੋਲ ਕੀ ਆ ਗਿਆ, ਮੰਨ ਲਓ ਕੋਈ ਵਰਕ ਹੋ ਰਿਹਾ, ਵਰਕ ਸੈਕਿੰਡ, ਇਹ ਇਕੁਅਲ ਟੂ ਹੋਊਗਾ, ਸਿਮਿਲਰਲੀ ਇਸ ਨੂੰ ਕੌਣ ਕਰਦਾ, M2 ਮੈਨ ਕਰਦੇ ਨੇ, ਟਾਈਮ 2 'ਚ ਕਰਦੇ ਨੇ, ਤਾਂ ਉਹਨਾਂ ਦੀ ਐਫੀਸ਼ੀਐਂਸੀ ਕਿੰਨੀ ਹੈ, E2। ਤਾਂ ਇਹ ਮੇਰੇ ਕੋਲ ਕੀ ਬਣ ਗਿਆ, W2 ਬਣ ਗਿਆ। ਤਾਂ ਜੇ ਮੈਂ ਦੋਹਾਂ ਨੂੰ ਡਿਵਾਈਡ ਕਰਦਾ ਆਪਸ ਦੇ ਵਿੱਚ ਤਾਂ K ਨਾਲ K ਕੈਂਸਲ ਹੋ ਜਾਊਗਾ। ਤਾਂ ਮੇਰੇ ਕੋਲ ਉਰੋਂ ਇੱਕ ਫਾਰਮੂਲਾ ਜਨਰੇਟ ਹੋ ਜਾਊਗਾ, W1 ਓਵਰ W2, ਉਰੇ ਆ ਜਾਊਗਾ M1 T1 E1 M2 T2 E2। ਠੀਕ ਹੈ ਜੀ। ਤਾਂ ਮੈਂ ਇਸ ਚੀਜ਼ ਨੂੰ ਥੋੜ੍ਹਾ ਜਿਹਾ ਮੋਡੀਫਾਈ ਕਰਕੇ ਹੋਰ ਲਿਖੂੰਗਾ, ਤਾਂ ਮੇਰੇ ਕੋਲ ਇਹ ਚੀਜ਼ ਕੀ ਬਣ ਜਾਊਗੀ, W1 ਓਵਰ M1 T1 E1 W2 M2 T2 E2। ठीक है जी। मैं W2 ਨੂੰ ਉੱਪਰ ਲੈ ਗਿਆ ਤਾਂ ਇਸ ਟਰਮ ਨੂੰ ਨੀਚੇ ਲੈ ਆਇਆ, ਤਾਂ ਮੇਰੇ ਕੋਲ ਆਹ ਟਰਮ ਬਣ ਜਾਊਗੀ। ਤਾਂ ਇਹ ਮੇਰੇ ਕੋਲ ਇੱਕ ਫਾਈਨਲ ਫਾਰਮੂਲਾ ਬਣ ਗਿਆ
ਤੇ ਮੈਂ ਇਸ ਦੀ ਹੈਲਪ ਨਾਲ ਸਾਰਾ ਜਿਹੜਾ ਚੈਪਟਰ ਹੈ ਉਹ ਮੇਰਾ ਕਵਰ ਹੋ ਜਾਊਗਾ। ਇਹਨੂੰ ਆਪਾਂ ਯੂਜ਼ ਕਿਵੇਂ ਕਰਨਾ ਹੁਣ ਆਪਾਂ ਉਹ ਦੇਖਾਂਗੇ ਜਿਹੜੇ ਆਪਾਂ ਕੁਐਸਚਨ ਕਰਾਂਗੇ। ਠੀਕ ਹੈ ਜੀ, ਫਾਰਮੂਲਾ ਸਭ ਨੂੰ ਪਤਾ ਹੈ ਜੀ ਇਹ, ਬਟ ਇਹਦਾ ਯੂਜ਼ ਕਿਵੇਂ ਕਰਨਾ ਉਹ ਚੀਜ਼ ਆਪਾਂ ਦੇਖਾਂਗੇ। ਤਾਂ ਆਪਾਂ ਕੁਐਸਚਨ ਸਟਾਰਟ ਕਰਦੇ ਹਾਂ। ਆਪਾਂ ਕੁਐਸਚਨ ਨੰਬਰ 1, if 12 carpenter working 6 hours a day can make 460 chair in 240 days, then find the number of chair made by 18 carpenter in 360 days, each working 8 hours a day। देखो जी उरे ਕੰਮ ਹੈ ਕੀ ਆਪਣੇ ਕੋਲ, ਸਭ ਤੋਂ ਪਹਿਲਾਂ ਆਪਾਂ ਪਹਿਚਾਨ ਕਰਨੀ ਹੈ। ਜਿਹੜਾ ਫਸਟ ਲਾਈਨ ਹੈ, ਜੇ 12 ਕਾਰਪੈਂਟਰ 6 ਘੰਟੇ ਕੰਮ ਕਰਦੇ ਨੇ ਇੱਕ ਦਿਨ ਦੇ ਵਿੱਚ ਤੇ 240 ਦਿਨ 'ਚ ਕੰਮ ਪੂਰਾ ਕਰਦੇ ਨੇ, ਤਾਂ ਉਹ 460 ਚੇਅਰ ਸਕੀਮ ਨਾਲ ਦੇ 460 ਚੇਅਰ ਤਿਆਰ ਕਰ ਦਿੰਦੇ ਨੇ। ਮਤਲਬ ਕਿ ਉਹਨਾਂ ਨੇ ਕੰਮ ਕੀ ਕੀਤਾ, ਤਾਂ ਆਪਾਂ ਨੂੰ ਆਹ ਚੀਜ਼ ਧਿਆਨ 'ਚ W1/M1 T1 ਇਕੁਅਲ ਟੂ W2 ਇਕੁਅਲ ਟੂ M2 T2 ਤੇ ਨਾਲ E1 ਲਗਾਉਣਾ, ਇਹ ਵੀ ਲਗਾ ਸਕਦੇ ਆਪਾਂ। ਇਸ ਕੁਐਸਚਨ 'ਚ ਆਪਾਂ ਨੂੰ ਲੋੜ ਹੈ ਨਹੀਂ ਸੀਗੀ। ਤਾਂ ਦੇਖੋ ਜੀ ਕਿਵੇਂ ਕਰਾਂਗੇ। ਤਾਂ ਜਿਹੜਾ ਪਹਿਲਾ ਕੰਮ ਹੋਇਆ ਉਹ ਕੀ ਸੀਗਾ, 460 ਕੁਰਸੀਆਂ ਬਣੀਆਂ ਨੇ, 460 ਚੇਅਰ ਬਣੀਆਂ ਨੇ। W1 ਇਹ ਸੀਗਾ। ਹੁਣ ਇਹਨੂੰ ਕੀਤਾ ਕਿਹਨੇ, 12 ਕਾਰਪੈਂਟਰ ਨੇ ਕੀਤਾ, ਮਤਲਬ ਕਿ ਨੰਬਰ ਆਫ ਮੈਨ ਕਿੰਨੇ ਹੋ ਗਏ, 12 ਹੋ ਗਏ। ਟਾਈਮ ਕਿੰਨਾ ਹੋ ਗਿਆ, ਉਹਨਾਂ ਨੇ 6 ਘੰਟੇ ਇੱਕ ਦਿਨ 'ਚ ਕੰਮ ਕੀਤਾ, ਤਾਂ ਕਿੰਨੇ ਦਿਨ ਕੰਮ ਕੀਤਾ, 240 ਦਿਨ। ਤਾਂ 240 ਗੁਣਾ 6 ਆਪਣੇ ਕੋਲ ਕੀ ਹੋ ਗਿਆ, ਇਹ ਟਾਈਮ ਹੋ ਗਿਆ। ਐਫੀਸ਼ੀਐਂਸੀ ਇਹਨਾਂ ਦੀ ਕਿੰਨੀ ਹੋਊਗੀ, ਜਿੰਨੀ ਇੱਕ ਕਾਰਪੈਂਟਰ ਦੀ ਐਫੀਸ਼ੀਐਂਸੀ ਆਪਾਂ ਸੀ ਸਪੋਜ਼ ਕਰ ਲੈਂਦੇ, ਪੂਰੇ ਆਪਾਂ ਸੀ ਲਿਖ ਲਿਆ। ਠੀਕ ਹੈ ਜੀ, ਵੈਸੇ ਐਫੀਸ਼ੀਐਂਸੀ ਲਿਖਣ ਦੀ ਲੋੜ ਨਹੀਂ ਸੀ, ਕਿਉਂਕਿ ਐਫੀਸ਼ੀਐਂਸੀ ਆਪਾਂ ਤਾਂ ਕੰਸੀਡਰ ਕਰਾਂਗੇ ਜਦੋਂ ਕਾਰਪੈਂਟਰ ਤੋਂ ਐਫੀਸ਼ੀਐਂਸੀ ਵੇਰੀ ਹੋਊਗੀ। ਤਾਂ 12 ਦੇ 12 ਕਾਰਪੈਂਟਰ ਪਹਿਲਾਂ ਨੇ, ਉਹਨਾਂ ਦੀ ਆਪਾਂ ਐਫੀਸ਼ੀਐਂਸੀ ਸੇਮ ਐਜ਼ਿਊਮ ਕਰਕੇ ਮੰਨਾਂਗੇ। ਜਿਹੜੇ ਅਗਲੇ 18 ਕਾਰਪੈਂਟਰ ਨੇ ਉਹਨਾਂ ਦੀ ਆਪਾਂ ਐਫੀਸ਼ੀਐਂਸੀ ਸੇਮ ਐਜ਼ਿਊਮ ਕਰਕੇ ਮੰਨਾਂਗੇ। ਠੀਕ ਹੈ, ਤਾਂ ਉਹ ਐਫੀਸ਼ੀਐਂਸੀ ਦਾ ਕੋਈ ਆਪਾਂ ਨੂੰ ਲੋੜ ਨਹੀਂ ਸੀ। ਤਾਂ ਹੁਣ W2 ਕੀ ਹੈ, ਦੈਨ ਫਾਈਂਡ ਦਾ ਨੰਬਰ ਆਫ ਚੇਅਰਸ, ਕਹਿੰਦਾ ਕਿੰਨੀਆਂ ਚੇਅਰ ਬਣਾਉਣਗੇ। ਮਤਲਬ ਕਿ ਆਪਾਂ ਨੇ W2 ਪਤਾ ਕਰਨਾ ਕਿ ਉਹ ਕਿੰਨਾ ਕੰਮ ਕਰਨਗੇ। ਜੇ 18 ਕਾਰਪੈਂਟਰ ਹੋਣਗੇ ਤੇ 360 ਦਿਨ ਕੰਮ ਕਰਨਗੇ ਤੇ ਇੱਕ ਦਿਨ 'ਚ 8 ਘੰਟੇ ਕੰਮ ਕਰਨਗੇ, ਤਾਂ ਟੋਟਲ ਟਾਈਮ ਕਿੰਨਾ ਹੋ ਗਿਆ, 8 ਗੁਣਾ 360 ਹੋ ਗਿਆ, 8 into 360। ਤਾਂ ਹੁਣ ਆਪਾਂ ਨੇ W2 ਦੀ ਵੈਲਿਊ ਜੋ ਹੈ ਫਾਈਂਡ ਕਰਨੀ ਹੈ। ਤਾਂ ਪਹਿਲਾਂ ਆਪਾਂ ਇਹਨੂੰ 120 ਤੇ ਕੈਂਸਲ ਕਰਾਂਗੇ, ਉਰੇ 3 ਆ ਜਾਊਗਾ, ਸੌਰੀ ਉਰੇ 2 ਆ ਜਾਊਗਾ, ਉਰੇ 3 ਆ ਜਾਊਗਾ। ਤਾਂ 12 ਨੂੰ ਕੈਂਸਲ ਕਰਾਂਗੇ, ਆ ਸਾਰਾ 24 ਬਣਦਾ, 8 ਦੀ 24 ਨੂੰ ਕੈਂਸਲ ਕਰਾਂਗੇ, ਉਰੇ ਕਿੰਨਾ ਆ ਜਾਊਗਾ, 2 ਆ ਜਾਊਗਾ। 2 ਨਾਲ 2 ਕੈਂਸਲ ਹੋ ਜਾਊਗਾ, 6 ਤੇ 18 ਰਹਿ ਗਿਆ, ਉਰੇ 1 ਆ ਜਾਊਗਾ, ਉਰੇ 3 ਆ ਜਾਊਗਾ। ਮਤਲਬ ਕਿੰਨਾ ਹੋ ਗਿਆ ਜੀ, 460 ਇਕੁਅਲ ਟੂ W2/3 ਮੇਰੇ ਕੋਲ ਕੀ ਰਹਿ ਗਿਆ, ਬਾਕੀ ਰਹਿ ਗਿਆ ਲਾਸਟ ਵਿੱਚ। ਤਾਂ ਮੇਰੇ ਕੋਲ W2 ਦੀ ਵੈਲਿਊ ਕਿੰਨੀ ਆ ਜਾਊਗੀ, 460 into 3, ਤਾਂ ਇਹ ਬਣ ਜੂ ਮੇਰੇ ਕੋਲ 1380। ਤਾਂ 1380 ਚੇਅਰ ਤਿਆਰ ਕਰਨਾਂਗੇ। ਠੀਕ ਹੈ ਜੀ, ਤਾਂ ਆਪਾਂ ਇਸ ਤਰੀਕੇ ਨਾਲ ਆਸਾਨੀ ਵਾਲੇ ਕੁਐਸਚਨ ਨੂੰ ਆਪਾਂ ਸੋਲਵ ਕਰ ਸਕਦੇ ਹਾਂ। ਅੱਗੇ ਦੇਖੋ ਜੀ ਕੁਐਸਚਨ ਨੰਬਰ 2। क्वेश्चन 2 की है, 38 men can complete a work by working 6 hours per day in 12 days, then how many days will 50 men can do double of the work working by working 8 hours per day। देखो जी की कह रहे हैं, ਆਪਾਂ ਫਾਰਮੂਲੇ ਦੇ ਵਿੱਚ ਅਕੋਰਡਿੰਗ ਕੀ ਸੀਗਾ, ਪਹਿਲਾਂ ਜਿਹੜਾ ਵਰਕ ਸੀ ਮੰਨ ਲਓ ਇੱਕ ਹੋਇਆ, ਜਿਹੜੇ ਪਹਿਲਾਂ 38 ਮੈਨ ਨੇ ਕੁਝ ਕੰਮ ਕੀਤਾ ਉਹਨੂੰ ਆਪਾਂ ਇੱਕ ਸਪੋਜ਼ ਕਰ ਲਿਆ, ਕਿੰਨਾ ਵਰਕ ਹੋਇਆ, 1 ਯੂਨਿਟ। ਤਾਂ ਸੈਕੰਡ ਕੇਸ 'ਚ ਕਿੰਨਾ ਵਰਕ ਹੋਇਆ, ਡਬਲ। ਠੀਕ ਹੈ ਜੀ, ਡਬਲ ਦਾ ਵਰਕ ਜਿਹੜਾ ਇਹ ਤੋਂ ਪਹਿਲਾਂ ਸੀ, ਤਾਂ ਕਿੰਨਾ ਲਿਖਾਂਗੇ ਆਪਾਂ, 2 ਯੂਨਿਟ। ਤਾਂ ਨੀਚੇ ਕੀ ਆ ਜਾਊਗਾ, ਕਿੰਨੇ ਮੈਨ ਨੇ, 38 ਮੈਨ ਨੇ। ਟਾਈਮ ਕਿੰਨਾ ਜੀ ਉਹਨਾਂ ਦਾ, 6 ਆਰ ਇੱਕ ਦਿਨ 'ਚ ਕੰਮ ਕਰਦੇ ਨੇ ਤੇ 12 ਦਿਨ ਕੰਮ ਕਰਦੇ ਨੇ। ਇੱਥੇ ਲਿਖਾਂਗੇ ਜੀ ਆਪਾਂ, ਦੈਨ ਇਨ ਹਾਊ ਮੈਨੀ ਡੇਜ਼, ਡੇਜ਼ ਆਪਾਂ ਪਤਾ ਕਰਨੇ ਨੇ, 50 ਮੈਨ ਕੰਮ ਕਰ ਰਹੇ ਨੇ, ਡੇਜ਼ ਆਪਾਂ ਡੇ ਲਿਖ ਲਏ, ਇੱਕ ਦਿਨ 'ਚ ਕਿੰਨਾ ਕੰਮ ਕਰਦੇ ਨੇ, 8 ਘੰਟੇ। ਤਾਂ ਇਹ ਟਾਈਮ ਹੋ ਗਿਆ D into 8। ਤਾਂ ਹੁਣ ਇੱਥੋਂ ਆਪਾਂ D ਦੀ ਵੈਲਿਊ ਸਿਰਫ ਫਾਈਂਡ ਕਰਨੀ ਹੈ। ਦੇਖੋ ਜੀ ਇਹਨੂੰ ਕੈਂਸਲ ਕਰਾਂਗੇ, ਉਰੇ 4 ਆ ਜਾਊ। ਤਾਂ ਉਸ ਤੋਂ ਬਾਅਦ ਆਪਾਂ ਕੈਂਸਲ ਕਰਾਂਗੇ, 4 ਨੂੰ ਇਸ 'ਤੇ ਕੈਂਸਲ ਕਰ ਦਾਂਗੇ, ਉਰੇ 3 ਆ ਜਾਊਗਾ, ਉਰੇ ਕਿੰਨਾ ਆ ਜਾਊਗਾ, 17 ਆ ਜਾਊਗਾ। ਤਾਂ ਮੇਰੇ ਕੋਲ ਇਨ ਦਾ ਐਂਡ ਕੀ ਬਚ ਗਿਆ, 38 into 6 ਇਕੁਅਲ ਟੂ 17 D ਬਚ ਗਿਆ। ਤਾਂ D ਕਿੰਨਾ ਆ ਗਿਆ ਮੇਰੇ ਕੋਲ, ਇਹਨੂੰ ਮਲਟੀਪਲਾਈ ਕਰਾਂਗੇ, 6 ਤੀਏ 8 ਜੀ 48, 4 18 ਤੇ 2 22, 228 ਪਿੱਛੇ ਕੀ ਆ ਜਾਊਗਾ, 17 ਆ ਜਾਊਗਾ। ਤਾਂ 228/17 ਮਤਲਬ ਕਿ 228/17 ਡੇਜ਼ ਦੇ ਵਿੱਚ ਜਿਹੜਾ ਇਹ ਕੰਮ ਹੈ ਕੰਪਲੀਟ ਕਰ ਦੇਣਗੇ। ਆਪਸ਼ਨ ਬੀ ਮੇਰੇ ਕੋਲ ਕੀ ਆ ਜਾਊਗਾ, ਸਹੀ ਆਂਸਰ। ਅੱਗੇ ਦੇਖੋ ਜੀ ਕੁਐਸਚਨ ਨੰਬਰ 3। देखो जी क्वेश्चन नंबर 3 की है, 6 person earns 8400 rupees in a week if they work 8 hours per day, then how much amount would be earned by 9 person in a week if they do the work 6 hours per day। देखो जी की कह रहा है क्वेश्चन ਦੇ ਵਿੱਚ,
ਕਹਿੰਦਾ 6 ਪਰਸਨ ਨੇ ਉਹ 8400 ਕਿਸੇ ਵੀਕ ਦੇ ਵਿੱਚ ਅਰਨ ਕਰਦੇ ਨੇ, ਤਾਂ ਜਿਹੜੇ ਪੈਸੇ ਹੋਣਗੇ ਤਾਂ ਕੰਮ ਦੇ ਹੀ ਪੈਸੇ ਮਿਲਣਗੇ, ਮਤਲਬ ਕਿ 8400 ਰੁਪੀਜ਼ ਦਾ ਉਹ ਕੰਮ ਕਰਦੇ ਨੇ 6 ਪਰਸਨ ਨੇ ਜਿਹੜੇ। ਤਾਂ W1 ਕਿੰਨਾ ਹੋ ਗਿਆ, ਉਹਨਾਂ ਨੇ ਕਿੰਨੇ ਦਾ ਕੰਮ ਕੀਤਾ, 8400 ਰੁਪੀਜ਼ ਦਾ ਕੰਮ ਕੀਤਾ। 6 ਪਰਸਨਸ ਨੇ ਤਾਂ 8 ਆਰ ਪਰ ਡੇ ਕੰਮ ਕੀਤਾ ਉਹਨਾਂ ਨੇ। ਅੱਗੇ ਦੇਖੋ ਜੀ, then how much amount would be earned by 9 person in a week if they do the work 6 hour per day। ਕਹਿੰਦਾ 6 ਘੰਟੇ ਪਰ ਡੇ ਕੰਮ ਕਰਨਗੇ, ਠੀਕ ਹੈ ਜੀ, ਤੇ 9 ਪਰਸਨ ਨੇ ਤਾਂ ਕਿੰਨੇ ਦਿਨ ਚ ਕੰਮ, ਸੌਰੀ ਕਿੰਨੇ ਪੈਸੇ ਕੀ ਕਰਨਗੇ, ਕਮਾਣਗੇ, ਕਿੰਨੇ ਪੈਸੇ ਉਹ ਉਹਨਾਂ ਨੂੰ ਮਿਲਣਗੇ। ਤਾਂ ਪੈਸੇ ਕੰਮ ਦੇ ਮਿਲਦੇ ਨੇ, ਮਤਲਬ ਉਰੇ ਆਪਣੇ ਕੋਲ ਕੀ ਆ ਜਾਊਗਾ, W2 ਆ ਜਾਊਗਾ। ਇੱਕ ਤਰ੍ਹਾਂ ਦਾ ਆਪਾਂ W2 ਮੰਨ ਲੈਂਦੇ ਹਾਂ, ਜਾਂ ਫਿਰ ਆਪਾਂ ਰੁਪੀਜ਼ ਮੰਨ ਲੈਂਦੇ ਹਾਂ ਵੀ X ਰੁਪੀਜ਼ ਮਿਲਣਗੇ, ਠੀਕ ਹੈ ਜੀ। ਹੁਣ ਦੇਖੋ 6 ਨਾਲ 6 ਕੈਂਸਲ ਹੋ ਜਾਊਗਾ, ਉਰੇ ਆਪਾਂ 4 ਕੈਂਸਲ, 4 ਤੇ ਕੈਂਸਲ ਕਰਾਂਗੇ ਜੀ, ਇਹਨੂੰ 2100 ਆ ਗਿਆ, ਉਰੇ 2 ਆ ਗਿਆ। ਤਾਂ x ਦੀ ਵੈਲਿਊ ਕਿੰਨੀ ਆ ਜਾਊਗੀ, 2100 ਗੁਣਾ 9 ਬਾਈ 2। ਤਾਂ ਉਰੇ ਆ ਜਾਊਗਾ ਮੇਰੇ ਕੋਲ 2100 ਦਾ ਹਾਫ ਕਿੰਨਾ ਹੁੰਦਾ, 1050। ਤਾਂ 1050 ਨੂੰ ਮੈਂ 9 ਨਾਲ ਮਲਟੀਪਲਾਈ ਕਰੂੰਗਾ, ਇਹ ਬਣ ਜਾਊਗਾ 900 45 4 9 9450 ਉਹਨਾਂ ਨੂੰ ਕੁੱਲ ਪੈਸੇ ਮਿਲਣਗੇ ਸਾਰੇ ਵਰਕਰ, ਠੀਕ ਹੈ ਜੀ। 6 ਪਰਸਨ ਇੰਨੇ ਪੈਸੇ ਕਮਾਣਗੇ, 9450 ਰੁਪੀਜ਼, ਆਪਸ਼ਨ ਏ। ਨੈਕਸਟ ਹੈ ਜੀ ਕੁਐਸਚਨ ਨੰਬਰ 4। ਹਾਂਜੀ, ਕੁਐਸਚਨ ਨੰਬਰ 4 ਦੇਖੋ, ए सर्टन नंबर ऑफ पर्सन कैन कंप्लीट ए पीस ऑफ वर्क इन 55 डेज। ਕਹਿੰਦਾ ਕੁਝ ਨੰਬਰ ਆਫ ਪਰਸਨ ਨੇ ਉਹ ਕਿਸੇ ਕੰਮ ਨੂੰ 55 ਡੇਜ਼ 'ਚ ਪੂਰਾ ਕਰਦੇ ਨੇ। ਇਫ देयर वर 6 ਪਰਸਨ ਮੋਰ, ਜੇ ਕਹਿੰਦਾ 6 ਪਰਸਨ ਹੋਰ ਹੁੰਦੇ ਤਾਂ ਵਰਕ ਕੁਡ ਬੀ ਫਿਨਿਸ਼ਡ ਇਨ 11 ਡੇਜ਼ ਅਰਲੀਅਰ, ਤਾਂ ਕਹਿੰਦਾ 11 ਦਿਨ ਕੰਮ ਛੇਤੀ ਹੋ ਜਾਊਗਾ। ਹਾਊ ਮੈਨੀ ਪਰਸਨ ਵਰ देयर ਵੈਨ ਦਾ ਵਰਕ ਸਟਾਰਟਡ, ਤਾਂ ਕਹਿੰਦਾ ਕਿੰਨੇ ਪਰਸਨ ਸੀ ਜਦੋਂ ਕੰਮ ਸ਼ੁਰੂ ਹੋਇਆ ਸੀਗਾ। ਤਾਂ ਮੈਂ ਕੀ ਲਿਖ ਰਿਹਾ ਵੀ ਪਹਿਲਾਂ ਦੇਖੋ ਜਿਹੜੇ ਵਰਕਰ ਕਿੰਨੇ ਹੋਣਗੇ, X ਵਰਕਰ ਹੋਣਗੇ, ਉਸ ਤੋਂ ਬਾਅਦ ਕਿੰਨੇ ਵਰਕਰ ਹੋ ਗਏ, X + 6 ਵਰਕਰ ਹੋ ਗਏ। ਤਾਂ ਹੁਣ ਦੇਖੋ ਜਿਹੜਾ ਵਰਕ ਹੈ ਉਹ ਸੇਮ ਹੈ ਦੋਨੋਂ ਕੇਸਿਸ ਦੇ ਵਿੱਚ, ਮਤਲਬ ਕਿ ਵਰਕ ਤਾਂ ਸੇਮ ਹੈ ਬਿਲਕੁਲ, ਤਾਂ ਆਪਾਂ ਨੂੰ W1 ਉੱਪਰ ਲਿਖਣ ਦੀ ਲੋੜ ਨਹੀਂ, ਆਪਾਂ ਕੀ ਲਿਖਾਂਗੇ ਸਿੱਧਾ ਕਿੰਨੇ ਵਰਕਰ ਸੀ ਇੰਟੂ ਟਾਈਮ। ਤਾਂ ਪਹਿਲਾਂ X ਵਰਕਰ ਸੀ, ਟਾਈਮ ਕਿੰਨਾ ਲੱਗ ਗਿਆ ਉਹਨਾਂ ਨੂੰ, 55 ਡੇਜ਼ ਲੱਗਣਾ ਸੀ ਉਹਨਾਂ ਨੂੰ। ਬਟ ਇਹਨਾਂ ਨੇ ਕੀ ਕਿਹਾ ਜੀ, ਕਹਿੰਦਾ 6 ਵਰਕਰ ਹੋਰ ਹੁੰਦੇ, ਮਤਲਬ ਕਿ ਜੇ X + 6 ਵਰਕਰ ਹੁੰਦੇ ਤਾਂ ਜੋ ਵਰਕ ਹੈ ਉਹ 11 ਡੇਜ਼ ਛੇਤੀ ਕੰਮ ਪੂਰਾ ਹੋ ਜਾਊਗਾ, 11 ਡੇਜ਼ ਅਰਲੀਅਰ, ਤਾਂ ਮਤਲਬ 44 ਡੇਜ਼ ਦੇ ਵਿੱਚ ਕੰਮ ਕੰਪਲੀਟ ਹੋ ਜਾਊਗਾ। ਇਹਨੂੰ ਆਪਾਂ ਕੀ ਕਰ ਦਾਂਗੇ ਇੱਕੋ ਹੀ, ਤਾਂ X + 6 ਕਿੰਨਾ ਆ ਗਿਆ, 44/50, ਸੌਰੀ 44/55, 11 ਦੇ ਕੈਂਸਲ ਕਰਾਂਗੇ, ਆ ਜਾਊਗਾ 4/5। ਹੁਣ ਇੱਥੋਂ ਆਪਾਂ ਨੇ X ਦੀ ਵੈਲਿਊ ਫਾਈਂਡ ਕਰਨੀ ਹੈ, ਉਰੇ ਕਿੰਨੇ ਦਾ ਡਿਫਰੈਂਸ ਹੈ, 6 ਦਾ, ਉਰੇ ਕਿੰਨੇ ਦਾ ਡਿਫਰੈਂਸ ਹੈ, 1 ਦਾ, ਤਾਂ ਇਹਨਾਂ ਦਾ ਡਿਫਰੈਂਸ ਸੇਮ ਕਰ ਲਾਂਗੇ ਆਪਾਂ, 6 ਨਾਲ ਮਲਟੀਪਲਾਈ ਕਰ ਦਾਂਗੇ, ਤਾਂ X ਦੀ ਵੈਲਿਊ ਕਿੰਨੀ ਆ ਜਾਊਗੀ, 24। ਤਾਂ ਪਹਿਲਾਂ 24 ਵਰਕਰ ਸੀ ਆਪਣੇ ਕੋਲੇ ਜਿਨ੍ਹਾਂ ਨੇ ਕੰਮ ਸਟਾਰਟ ਕੀਤਾ ਸੀ। ਇਸ ਤੋਂ ਅੱਗੇ ਦੇਖਦੇ ਹਾਂ ਜੀ ਆਪਾਂ ਕੁਐਸਚਨ ਨੰਬਰ 5। ਹਾਂਜੀ ਦੇਖੋ ਕੁਐਸਚਨ ਨੰਬਰ 5 ਕੀ ਹੈ, ए ग्रुप ऑफ पर्सन कैन डू ए वर्क इन 10 डेज। ਕਹਿੰਦਾ ਇੱਕ ਪਰਸਨ ਦਾ ਗਰੁੱਪ ਹੈ ਉਹ 10 ਦਿਨ 'ਚ ਕੰਮ ਪੂਰਾ ਕਰਦਾ। ਇਫ 5 ਪਰਸਨ ਰਿਮੇਨ ਐਬਸੈਂਟ ਫਰੋਮ ਫਸਟ ਡੇ then the work is completed in 12 days by the remaining person। tell how many person were there in the group initially। ਤਾਂ ਕਹਿੰਦਾ ਸਟਾਰਟਿੰਗ 'ਚ ਕਹਿੰਦਾ ਕਿੰਨੇ ਪਰਸਨ ਹੋਣਗੇ ਗਰੁੱਪ ਦੇ ਵਿੱਚ, ਤਾਂ ਆਪਾਂ ਸਪੋਜ਼ ਕਰ ਲਏ X ਪਰਸਨ ਹੋਣਗੇ। ਜੇ X ਪਰਸਨ ਹੁੰਦੇ ਤਾਂ 10 ਡੇਜ਼ ਦੇ ਵਿੱਚ ਕੰਮ ਪੂਰਾ ਹੋਣਾ ਸੀਗਾ, ਬਟ ਹੁਣ ਕਿੰਨੇ ਪਰਸਨ ਜ਼ਿਆਦਾ ਨੇ, 5 ਪਰਸਨ ਘੱਟ ਗਏ, ਐਬਸੈਂਟ ਰਹਿ ਗਏ ਉਹ, ਤਾਂ ਕੰਮ 12 ਦਿਨ 'ਚ ਪੂਰਾ ਹੋਇਆ, ਠੀਕ ਹੈ ਜੀ। ਤਾਂ X/X - 5 ਕਿੰਨਾ ਆ ਗਿਆ, 12/10, ਉਰੇ 6/5 ਆ ਜਾਊਗਾ। ਉਰੇ ਡਿਫਰੈਂਸ ਕਿੰਨੇ ਦਾ ਜੀ, 5 ਦਾ, ਉਰੇ ਡਿਫਰੈਂਸ ਹੈ 1 ਦਾ, ਤੇ ਇਹਨੂੰ ਆਪਾਂ ਉੱਪਰ ਨੀਚੇ 5 ਨਾਲ ਮਲਟੀਪਲਾਈ ਕਰ ਦਾਂਗੇ, ਤਾਂ X ਦੀ ਵੈਲਿਊ ਕਿੰਨੀ ਆ ਜਾਊਗੀ, 30 ਆ ਜਾਊ, 5 × 6 30, ਆਪਸ਼ਨ ਡੀ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 6। ਹਾਂਜੀ ਦੇਖੋ ਕੁਐਸਚਨ ਨੰਬਰ 6 ਕੀ ਹੈ ਜੀ, 40 people can complete a work in 40 days। they start the work together but 5 people had to leave the work after 10th day। in how much time the work would be completed। ਦੇਖੋ ਜੀ ਕੁਐਸਚਨ 'ਚ ਆਪਾਂ ਨੂੰ ਕੀ ਦੇ ਰੱਖਿਆ, ਕਹਿੰਦਾ ਜੇ 40 ਪੀਪਲ ਉਹ ਕਿਸੇ ਕੰਮ ਨੂੰ 40 ਦਿਨ 'ਚ ਕੰਮ ਪੂਰਾ ਕਰਦੇ, ਦੇ ਸਟਾਰਟ ਦਾ ਵਰਕ ਟੂਗੈਦਰ, ਬਟ ਹਰ 10 ਦਿਨ ਤੋਂ ਬਾਅਦ ਤਾਂ 5 ਪੀਪਲ ਵਰਕ ਨੂੰ ਲੀਵ ਕਰ ਰਹੇ ਨੇ ਹਰ 10 ਦਿਨ ਤੋਂ ਬਾਅਦ, ਤਾਂ ਕਹਿੰਦਾ ਕਿੰਨੇ ਟਾਈਮ 'ਚ ਜਿਹੜਾ ਵਰਕ ਹੈ ਉਹ ਪੂਰਾ ਹੋ ਜਾਊਗਾ।
देखो जी ਆਪਾਂ ਜੇ ਸਪੋਜ਼ ਕਰ ਲਈਏ ਕਿ ਜਿਹੜਾ ਇੱਕ ਪੀਪਲ ਹੈ 40 ਪੀਪਲ ਕੰਮ ਕਰਦੇ ਨੇ, ਇੱਕ ਪੀਪਲ ਇੱਕ ਦਿਨ ਦੇ ਵਿੱਚ ਇੱਕ ਕੰਮ ਕਰਦਾ ਹੈ, ਠੀਕ ਹੈ ਜੀ। ਤਾਂ ਟੋਟਲ ਵਰਕ ਕਿੰਨਾ ਹੋ ਜਾਊਗਾ, ਤਾਂ 40 ਪੀਪਲ 40 ਡੇਜ਼ 'ਚ ਕਿੰਨਾ ਕੰਮ ਕਰਨਗੇ, 1600 ਕਰ ਦਾਂਗੇ ਜੀ 40 × 40। ਜਾਂ ਆਪਾਂ ਇਸ ਤਰ੍ਹਾਂ ਹੀ ਕਰਦੇ ਹੁੰਦੇ ਆਗੇ, M1 × T1 ਹੀ ਉੱਪਰ ਨਿਕਾਲਦੇ ਹੁੰਦੇ ਆਪਾਂ ਵਰਕ, ਤਾਂ ਆਪਾਂ ਤਾਂ ਕੰਮ ਕਿੰਨਾ ਜੀ 1600 ਹੈ। ਤਾਂ ਮਤਲਬ ਕਿ 40 ਪੀਪਲ 40 ਦਿਨ 'ਚ ਕੰਮ ਕਰਦੇ ਨੇ ਜੀ, ਇੱਕ ਪੀਪਲ 40 ਦਿਨ 'ਚ, ਜੇ ਇੱਕ ਪੀਪਲ ਇੱਕ ਦਿਨ 'ਚ ਇੱਕ ਕੰਮ ਕਰਦਾ ਤਾਂ 40 ਦਿਨ 40 ਕਰੂਗਾ, ਤਾਂ 40 ਪੀਪਲ ਕਿੰਨੇ ਕਰਨਗੇ, 40 ਗੁਣਾ 40 ਕਰਨਗੇ 1600। ਠੀਕ ਹੈ ਜੀ। ਤਾਂ 1600 ਆਪਣੇ ਕੋਲ ਕੀ ਆ ਗਿਆ, ਟੋਟਲ ਵਰਕ ਆ ਗਿਆ। ਅੱਗੇ ਦੇਖੋ ਜੀ ਕੀ ਕਹਿ ਰਿਹਾ, ਦੇ ਸਟਾਰਟ ਦਾ ਵਰਕ ਟੂਗੈਦਰ ਬਟ 5 ਪੀਪਲ ਹੈਡ ਟੂ ਲੀਵ ਦਾ ਵਰਕ ਆਫਟਰ 10 ਡੇ। ਤਾਂ ਹਰ 10 ਦਿਨ ਤੋਂ ਬਾਅਦ 5 ਪੀਪਲ ਨੇ ਜਿਹੜੇ ਉਹ ਲੀਵ ਕਰ ਦਿੰਦੇ ਨੇ। ਤਾਂ ਮਤਲਬ ਕੀ ਹੈ ਇਸ ਚੀਜ਼ ਦਾ, ਕਿ ਪਹਿਲੇ 10 ਦਿਨ ਤਾਂ 40 ਪੀਪਲ ਨੇ ਕੰਮ ਕੀਤਾ ਹੋਊਗਾ, ਅਗਲੇ ਜਿਹੜੇ 10 ਦਿਨ ਹੋਣਗੇ ਉਹਦੇ ਵਿੱਚ ਕਿੰਨੇ ਪੀਪਲ ਕੰਮ ਕਰਨਗੇ, 35। ਨੈਕਸਟ 10 ਡੇਜ਼ ਦੇ ਵਿੱਚ ਕਿੰਨੇ ਕਰਨਗੇ, 25। ਨੈਕਸਟ 'ਚ ਕਿੰਨੇ ਕਰਨਗੇ, 20। ਤਾਂ ਮੈਂ 40 ਤੱਕ ਤਾਂ ਆਪਸ਼ਨਸ ਨੂੰ ਲੈ ਆਇਆ, ਠੀਕ ਹੈ ਜੀ। ਤਾਂ ਉਰੇ ਜੇ ਮੈਂ ਇਹਨਾਂ ਨੂੰ ਚੈੱਕ ਕਰੂੰਗਾ ਤਾਂ ਮੇਰੇ ਕੋਲ ਇਹ ਬਣ ਜਾਣਗੇ। ਦੇਖੋ ਜਦੋਂ ਮੈਂ ਇਹਨਾਂ ਦੋਹਾਂ ਨੂੰ ਐਡ ਕਰਤਾ ਤਾਂ 10 ਕਾਮਨ ਆ ਜਾਊਗਾ, 50 60। ਤਾਂ ਉਰੇ ਕਿੰਨਾ ਕੰਮ ਹੋ ਜਾਊਗਾ, 600। ਉਰੇ ਵੀ ਕਿੰਨਾ ਕੰਮ ਹੋ ਜਾਊਗਾ, 600 ਹੋ ਜਾਊਗਾ। ਤਾਂ ਹਜੇ ਤਾਂ 1200 ਹੀ ਕੰਮ ਹੋਇਆ। ਤਾਂ ਨੈਕਸਟ ਜਿਹੜੇ ਡੇ ਹੋਣਗੇ ਉਹਦੇ ਵਿੱਚ ਕਿੰਨੇ ਪੀਪਲ ਕੰਮ ਕਰਨਗੇ, ਸੌਰੀ ਉਰੇ ਇੱਕ ਮਿਸਟੇਕ ਹੋ ਗਈ ਜੀ, ਉਰੇ 30 ਪੀਪਲ ਆਉਣਗੇ। ਪਹਿਲਾਂ 40 ਸੀ, ਫਿਰ 35, ਫਿਰ ਕਿੰਨੇ ਆਣਗੇ 30, ਫਿਰ ਕਿੰਨੇ ਆਣਗੇ 25। ਤਾਂ ਦੇਖੋ ਮੈਨੂੰ ਉਰੇ ਕਿਸ ਚੀਜ਼ ਦੀ ਲੋੜ ਹੈ, ਤਾਂ ਮੈਂ ਉਰੇ 10-10 ਦਿਨ ਦਾ ਇੱਕ ਗੈਪ ਦੇ ਨਾਲ ਕੀ ਹੈ, ਪੀਪਲ ਘੱਟ ਕਰ ਰਿਹਾ 5-5। ਤਾਂ ਹੁਣ ਦੇਖੋ ਜੇ ਮੈਂ ਇਹਨਾਂ ਦੋਹਾਂ ਨੂੰ ਐਡ ਕਰਦਾ ਤਾਂ 35 ਤੇ 20, 50 ਤੇ 60। ਤਾਂ ਉਰੇ ਕਿੰਨਾ ਕੰਮ ਹੋ ਜਾਊਗਾ, ਇੱਥੋਂ ਮਿਲ ਕੇ 600 ਹੋ ਜਾਊਗਾ, ਇੱਥੋਂ ਮਿਲ ਕੇ ਕਿੰਨਾ ਹੋ ਜਾਊਗਾ, 700 ਹੋ ਜਾਊਗਾ। ਤਾਂ 40 ਦਿਨ ਦੇ ਵਿੱਚ ਕਿੰਨਾ ਕੰਮ ਹੋ ਗਿਆ, 1300 ਤਾਂ ਹੋ ਗਿਆ। ਤਾਂ ਜਿਹੜੇ ਅਗਲੇ 10 ਦਿਨ ਹੋਣਗੇ ਉਹਦੇ ਵਿੱਚ ਸਿਰਫ 20 ਪੀਪਲ ਕੰਮ ਕਰਨਗੇ, ਤਾਂ 200 ਹੋਰ ਹੋ ਜਾਊਗਾ। ਤਾਂ 50 ਡੇਜ਼ ਦੇ ਵਿੱਚ ਕਿੰਨਾ ਵਰਕ ਹੋ ਗਿਆ, 1500 ਹੋ ਗਿਆ। ਹੁਣ ਪਿੱਛੇ ਬਚ ਗਿਆ 100 ਬਚ ਗਿਆ। ਤਾਂ ਕਿੰਨੇ ਪੀਪਲ ਨੇ, 15 ਪੀਪਲ ਕੰਮ ਕਰਨਗੇ। ਤਾਂ ਜੇ ਮਤਲਬ ਜੇ 15 ਕਰਦੇ ਤਾਂ ਕੰਮ ਕਿੰਨਾ ਹੋਣਾ ਸੀਗਾ, 150 ਹੋਣਾ ਸੀਗਾ, 150 ਹੋਣਾ ਸੀਗਾ। ਬਟ ਆਪਣੇ ਕੋਲ 100 ਵਰਕ ਨੂੰ ਕਰਨਾ, ਕਿੰਨੇ ਪੀਪਲ ਨੇ ਆਪਣੇ ਕੋਲ, 15 ਪੀਪਲ ਨੇ। ਤਾਂ ਉਰੇ ਆ ਜਾਊਗਾ 20/3, मतलब कि 6 and 2/3। ਤਾਂ 6 and 2/3 ਡੇਜ਼ ਆਪਣੇ ਕੋਲੇ ਹੋਰ ਲੱਗੇ ਲਾਸਟ ਵਾਲੇ 100 ਵਰਕ ਨੂੰ। ਤਾਂ ਕਿੰਨਾ ਵਰਕ ਹੋ ਗਿਆ ਜੀ ਟੋਟਲ, 1600। ਠੀਕ ਹੈ ਜੀ। ਤਾਂ ਆਪਾਂ ਇਸ ਤਰੀਕੇ ਨਾਲ ਕੁਐਸਚਨ ਕਰ ਸਕਦੇ ਹਾਂ ਜੀ ਆਪਾਂ, ਠੀਕ ਹੈ ਜੀ। ਤਾਂ ਆਪਾਂ ਇਸ ਤੋਂ ਅੱਗੇ ਚੈੱਕ ਕਰਦੇ ਹਾਂ। ਇਸ ਤੋਂ ਅੱਗੇ ਦੇਖੋ ਕੁਐਸਚਨ ਨੰਬਰ 7। क्वेश्चन नंबर 7 की है, 50 people can complete a work in 50 days, they start the work together but at the end of 10th day। मतलब कि 10 दिन ਦੇ ਖਤਮ ਹੋਣ ਤੋਂ ਬਾਅਦ 5 people join the work, मतलब कि 11ਵੇਂ ਦਿਨ 5 people ਨਵੇਂ ਕੰਮ ਕਰਨਗੇ। in how much time the work would be completed। ਹੁਣ ਜਿਹੜੇ people ਨੇ ਉਹ ਐਡ ਹੋ ਰਹੇ ਨੇ, ਤਾਂ ਟੋਟਲ ਵਰਕ ਕਿੰਨਾ ਸਪੋਜ਼ ਕਰਾਂਗੇ ਆਪਾਂ, 2500। 50 × 50 ਦਾ ਆਪਣੇ ਕੋਲ ਕੀ ਆ ਜਾਊਗਾ, ਵਰਕ ਆ ਜਾਊਗਾ। ਤਾਂ ਹੁਣ ਦੇਖੋ ਪਹਿਲੇ 10 ਦਿਨ ਤਾਂ ਕਿੰਨੇ ਪੀਪਲ ਕੰਮ ਕਰ ਰਹੇ ਨੇ, 50 ਪੀਪਲ ਕੰਮ ਕਰ ਰਹੇ ਨੇ। ਤਾਂ ਨੈਕਸਟ 10 ਡੇਜ਼ ਦੇ ਵਿੱਚ 55 ਪੀਪਲ ਕੰਮ ਕਰਨਗੇ, ਨੈਕਸਟ ਦੇ ਵਿੱਚ 60 ਕਰਨਗੇ, ਨੈਕਸਟ ਵਿੱਚ ਕਿੰਨੇ ਕਰਨਗੇ, 65 ਕਰਨਗੇ। ਤਾਂ ਪਹਿਲਾਂ ਆਪਾਂ 40 ਡੇਜ਼ ਦਾ ਜੋ ਵਰਕ ਉਹ ਪਤਾ ਕਰ ਲਈਏ ਵੀ ਕਿੰਨਾ ਹੋ ਗਿਆ ਆਪਣੇ ਕੋਲ। ਦੇਖੋ 500 ਉਰੇ, 600 ਉਰੇ, 1100, 550 ਤੇ 650। ਦੇਖੋ ਜੀ ਜੇ ਆਪਾਂ ਇਹਨਾਂ ਦੋਹਾਂ ਨੂੰ ਐਡ ਕਰ ਲਾਂਗੇ ਤਾਂ 1200 ਆ ਜਾਊਗਾ, 1200 ਤੇ 1100 ਟੋਟਲ 2300 ਹੋ ਗਿਆ। ਤਾਂ ਪਿੱਛੇ ਕਿੰਨਾ ਬਚ ਗਿਆ ਆਪਣੇ ਕੋਲ, 200 ਬਚ ਗਿਆ। ਹੁਣ 200 ਕਿਹਨੇ ਕਰਨਾ ਹੈਗਾ, ਅਗਲੇ 10 ਦਿਨ ਦੇ ਵਿੱਚ ਕਿੰਨੇ ਪੀਪਲ ਹੋਣਗੇ, 70 ਹੋਣਗੇ। ਤਾਂ 70 ਪੀਪਲ ਜੇ 10 ਦਿਨ 'ਚ ਕਰਨਗੇ ਤਾਂ 700 ਹੋ ਜਾਊਗਾ। ਬਟ ਆਪਾਂ ਤਾਂ ਕੰਮ ਥੋੜ੍ਹਾ ਕਰਨਾ ਹੈਗਾ, 200 ਕਰਨਾ, ਤਾਂ 200 ਨੂੰ ਆਪਾਂ 70 ਨਾਲ ਡਿਵਾਈਡ ਕਰ ਦਾਂਗੇ। ਤਾਂ 2 days 6 and 7, 2 and 6/7 ਡੇਜ਼ ਹੋਰ ਐਕਸਟਰਾ ਲੱਗਣਗੇ, ਤੇ ਜਿਹਦੇ ਵਿੱਚ 200 ਕੰਮ ਹੋ ਜਾਊਗਾ। ਤਾਂ ਜਿਹੜਾ ਸਾਰਾ 2500 ਵਰਕ ਹੈ ਉਹ ਕੰਪਲੀਟ ਹੋ ਜਾਊਗਾ। ਤਾਂ ਟੋਟਲ ਨੰਬਰ ਆਫ ਡੇਜ਼ ਕਿੰਨੇ ਆ ਗਏ, ਇਹਨਾਂ ਨੂੰ ਐਡ ਕਰ ਦਾਂਗੇ 42 and 6/7। ਨੈਕਸਟ ਦੇਖੋ ਜੀ ਕੁਐਸਚਨ ਨੰਬਰ 8। ਨੰਬਰ 8 ਦੇਖੋ ਜੀ, 40 men can do a piece of work in 20 days, after how many days
8 मैन लैफ्ट द वर्क डैट वर्क शुड बी डन इन 24 डेज। देखो जी की कह रहे कहना 40 मैन 20 दिन ਕੰਮ ਪੂਰਾ ਕਰ ਸਕਦੇ ਨੇ ਤਾਂ ਕਹਿੰਦਾ ਕਿੰਨੇ ਦਿਨਾਂ ਬਾਅਦ 8 ਮੈਨ ਲੈਫਟ ਹੋ ਜਾਣ ਤਾਂ ਕਿ ਜਿਹੜਾ ਕੰਮ ਹੈ ਉਹ 24 ਦਿਨ ਚ ਪੂਰਾ ਹੋ ਜਾਏ। ਦੇਖੋ ਜੀ ਕਿਵੇਂ ਕਰਾਂਗੇ ਤਾਂ ਆਪਣੇ ਕੋਲ ਜਿਹੜਾ ਵਰਕ ਕਿੰਨਾ ਆ ਜਾਊਗਾ 20 40 ਮੈਨ ਇਨਟੂ 20 ਡੇਜ਼ ਵਰਕ ਸਪੋਜ਼ ਆ ਜਾਊਗਾ ਜੀ ਆਪਣੇ ਕੋਲੇ। ਠੀਕ ਹੈ ਜੀ ਤਾਂ ਹੁਣ ਦੇਖੋ ਤਾਂ ਜੇ ਆਪਾਂ ਸਪੋਜ਼ ਕਰ ਲਈਏ ਕਿ ਆਫਟਰ n ਡੇਜ਼ ਜਿਹੜੇ 8 ਮੈਨ ਨੇ ਉਹ ਲੈਫਟ ਕਰ ਗਏ 8 ਮੈਨ ਲੈਫਟ ਕਰਕੇ ਮਤਲਬ ਕਿ ਪਹਿਲੇ n ਡੇਜ਼ ਦੇ ਵਿੱਚ 40 n ਵਰਕ ਹੋ ਗਿਆ ਹੋਊਗਾ ਕਿਉਂਕਿ 40 ਮੈਨ ਨੇ ਕੰਮ ਕੀਤਾ। ਹੁਣ ਉਸ ਤੋਂ ਬਾਅਦ ਕਿੰਨੇ ਡੇਜ਼ ਬਾਕੀ ਰਹਿ ਗਏ ਆਪਣੇ ਕੋਲ ਬਾਕੀ ਰਹਿ ਗਏ 24 ਮਾਈਨਸ n ਡੇਜ਼ ਬਾਕੀ ਰਹਿ ਗਏ ਤੇ ਪਰਸਨ ਕਿੰਨੇ ਬਾਕੀ ਰਹਿ ਗਏ ਆਪਣੇ ਕੋਲ 32 ਬਾਕੀ ਰਹਿ ਗਏ ਕਿਉਂਕਿ 8 ਮੈਨ ਤਾਂ ਲੈਫਟ ਹੋ ਚੁੱਕੇ। ਤਾਂ ਹੁਣ ਆਪਾਂ ਨੇ ਕੀ ਕਰਨਾ ਹੈਗਾ ਆਪਾਂ ਨੇ ਉਰੇ n ਦੀ ਵੈਲਿਊ ਪਤਾ ਕਰਨੀ ਹੈ। ਦੇਖੋ ਉਰੇ ਕਿੰਨਾ ਆ ਜਾਊਗਾ 800 ਆ ਜਾਊਗਾ उरे आ जाऊगा 40n माइनस 32n प्लस कितना आ जाऊगा 24 इंटू 32 उरे आ जाऊगा 8n इधर आ जाऊगा 800 माइनस 24 इंटू 32 तो जब आप 8 में से डिवाइड कर दिए सारे ना उरे 100 आ जाऊगा उरे 3 आ जाऊगा तो 32 दिया 96 होंगे 100 माइनस 96 96 कितना आ जाऊगा 4 आ जाऊगा इक्वल टू मतलब कि आफ्टर 4 डेज के बाद ਜਿਹੜੇ 8 ਮੈਨ ਸੀ ਉਹ ਲੈਫਟ ਕਰ ਗਏ ਸੀ ਆਪਸ਼ਨ ਡੀ ਆਪਣੇ ਕੋਲ ਕੀ ਆ ਜਾਊਗਾ ਆਨਸਰ ਆ ਜਾਊਗਾ। ਹਾਂਜੀ ਹੋਰ ਦੇਖੋ ਆਪਾਂ ਇਸ ਕੁਐਸਚਨ ਨੂੰ ਕਿਵੇਂ ਕਰ ਸਕਦੇ ਹਾਂ। ਦੇਖੋ ਜੀ ਕੀ ਹੈ ਇਸ ਕੁਐਸਚਨ ਨੂੰ ਕਰਨ ਦਾ ਦੂਸਰਾ ਮੈਥਡ ਕੀ ਤਾਂ 40 ਮੈਨ 20 ਡੇਜ਼ 'ਚ ਕੰਮ ਕਰਦੇ ਸੀ ਤਾਂ ਮਤਲਬ ਕਿੰਨਾ ਕੰਮ ਹੋਣਾ ਸੀਗਾ 40 ਗੁਣਾ 20 ਕੰਮ ਸੀ ਟੋਟਲ। ਆਪਾਂ ਸਪੋਜ਼ ਕਰ ਲੈਂਦੇ ਕਿ ਜਿਹੜੇ 8 ਮੈਨ ਲੈਫਟ ਹੋਏ ਨੇ ਆਪਾਂ ਉਹਨਾਂ ਨੂੰ ਲੈਫਟ ਨਹੀਂ ਹੋਣ ਦੇਣਾ ਆਪਾਂ ਕਹਾਂਗੇ ਵੀ ਸਾਰੇ 24 ਦੇ 24 ਦਿਨ ਕੰਮ ਕਰੋ ਕੋਈ ਵੀ ਨਹੀਂ ਜਾਊਗਾ ਕੋਈ ਲੈਫਟ ਨਹੀਂ ਹੋਊਗਾ ਤਾਂ ਕਿੰਨਾ ਕੰਮ ਹੋ ਜਾਊਗਾ ਤਾਂ 40 ਮੈਨ ਜੋ ਹੋਣਗੇ ਤਾਂ 24 ਦੇ 24 ਦਿਨ ਕੰਮ ਕਰਨਗੇ ਤਾਂ ਇੰਨਾ ਕੰਮ ਹੋ ਗਿਆ ਆਪਣੇ ਕੋਲ 40 ਇੰਟੂ 24 ਹੋ ਜਾਊ ਤਾਂ ਕਿੰਨਾ ਕੰਮ ਐਕਸਟਰਾ ਹੋ ਗਿਆ 40 ਇੰਟੂ 4 ਕੰਮ ਐਕਸਟਰਾ ਹੋ ਗਿਆ ਜੀ। ਇਹ ਕਿਹਨੇ ਕੰਮ ਐਕਸਟਰਾ ਕਿਹਨੇ ਕੀਤਾ ਜੀ ਜਿਹੜੇ ਆ 8 ਮੈਨ ਸੀਗੇ ਇਹਨਾਂ ਨੇ ਕੰਮ ਐਕਸਟਰਾ ਕੀਤਾ। ਠੀਕ ਹੈ ਜੀ ਜੇ ਆਪਾਂ ਇਸ ਚੀਜ਼ ਨੂੰ ਦੇਖੋ ਜਿਹੜੇ ਆਹ 8 ਮੈਨ ਸੀਗੇ ਇਹਨਾਂ ਨੇ ਕੰਮ ਕੀ ਕੀਤਾ ਐਕਸਟਰਾ ਕੰਮ ਕਰਤਾ ਇਹਨਾਂ ਨੇ ਕਿੰਨਾ ਐਕਸਟਰਾ ਕਰਤਾ 160 ਕੰਮ ਕਰਤਾ ਇਹਨਾਂ ਨੇ ਐਕਸਟਰਾ। ਤਾਂ ਜੇ ਇਹਨਾਂ ਨੇ ਜਿਹੜਾ 160 ਦੇਖੋ ਕੀ ਕੁਐਸਚਨ ਸੀਗਾ 24 ਦਿਨਾਂ ਬਾਅਦ ਕੰਮ ਹੋਇਆ 24 ਦਿਨ ਦੇ ਵਿੱਚ ਤਾਂ 160 ਕੰਮ ਇਹਨਾਂ ਨੇ ਐਕਸਟਰਾ ਕਰਤਾ ਤਾਂ ਕਿੰਨੇ ਦਿਨ ਚ ਐਕਸਟਰਾ ਕੀਤਾ ਹੋਊਗਾ ਇਹਨਾਂ ਨੇ ਮਤਲਬ ਕਿ ਇਹਨਾਂ ਨੇ 20 ਦਿਨ ਐਕਸਟਰਾ ਲਗਾ ਲਏ। ਠੀਕ ਹੈ ਜੀ ਇਹਨਾਂ ਨੇ 20 ਦਿਨ ਐਕਸਟਰਾ ਲਗਾਤੇ ਮਤਲਬ ਕਿ ਇਹਨਾਂ ਨੇ 20 ਦਿਨ ਲੈਫਟ ਪਹਿਲਾਂ ਹੋਣਾ ਸੀਗਾ। ਦੇਖੋ ਕੀ ਹੋਇਆ ਜਿਹੜਾ 160 ਕੰਮ ਐਕਸਟਰਾ ਹੋਇਆ 40 ਇੰਟੂ 4 ਕੰਮ ਜੋ ਐਕਸਟਰਾ ਹੋਇਆ ਉਹ ਕਿਹਨੇ ਐਕਸਟਰਾ ਕੀਤਾ ਜੋ 8 ਮੈਨ ਨੇ ਉਹਨਾਂ ਨੇ ਐਕਸਟਰਾ ਕੀਤਾ ਤਾਂ ਜੋ ਉਹ 8 ਮੈਨ ਇਹਨੂੰ ਕਰਦੇ ਤਾਂ 20 ਦਿਨ ਚ ਕਰਦੇ ਮਤਲਬ ਕਿ ਉਹਨਾਂ ਨੇ 20 ਦਿਨ ਐਕਸਟਰਾ ਲਗਾ ਲਏ ਮਤਲਬ ਜਿਹੜੇ ਜੇ ਐਕਸਟਰਾ ਲਗਾ ਲਏ ਤਾਂ 24 ਚੋਂ ਆਪਾਂ 20 ਮਾਈਨਸ ਕਰ ਦਾਂਗੇ ਮਤਲਬ ਕਿ ਉਹਨਾਂ ਨੇ 20 ਦਿਨ ਲੈਫਟ ਪਹਿਲਾਂ ਆਉਣਾ ਸੀਗਾ 24 ਦਿਨਾਂ ਦੇ ਵਿੱਚ ਤਾਂ 4 ਆਪਣੇ ਕੋਲ ਕੀ ਆ ਜਾਊਗਾ ਆਨਸਰ ਆ ਜਾਊਗਾ ਆਪਸ਼ਨ ਡੀ। ਠੀਕ ਹੈ ਜੀ ਇਸ ਤਰੀਕੇ ਨਾਲ ਵੀ ਆਪਾਂ ਬਹੁਤ ਈਜ਼ੀ ਕਰ ਸਕਦੇ ਹਾਂ ਅੱਗੇ ਦੇਖੋ ਜੀ ਕੁਐਸਚਨ ਨੰਬਰ 9 हाँ जी क्वेश्चन नंबर 9 देखो ए कॉन्ट्रैक्टर वांट्स टू कंप्लीट ए प्रोजेक्ट इन 90 डेज एंड ही एम्प्लॉयड 60 वर्कमैन कहना एक ठेकेदार ने 90 दिन च काम पूरा करना सी प्रोजेक्ट ਨੂੰ 60 वर्कमैन ਉਹਨੇ ਇੰਪਲੋਏ ਕਰ ਲਏ 60 ਬੰਦੇ ਉਹਨੇ ਕੰਮ ਤੇ ਰੱਖ ਲਏ ਆਫਟਰ 60 ਡੇਜ਼ 3/4 ਆਫ ਦਾ ਵਰਕ ਇਜ਼ ਕੰਪਲੀਟਡ ਕਹਿੰਦਾ 60 ਦਿਨ ਦੇ ਵਿੱਚ 3/4 ਕੰਮ ਪੂਰਾ ਹੋ ਗਿਆ then in how many person should he remove so that the project will be completed in stipulated time। देखो जी क्वेश्चन की है भी कॉन्ट्रैक्टर ने 90 दिनों के विच काम पूरा करना सी तो उन्हें 60 परसन इंप्लॉय करते उन्हें 60 दिनों बाद की देखा कि 3/4 काम पूरा हो गया मतलब कि जो काम 4 है तो कितना काम पूरा हो गया उसके विचों की है 3 काम पूरा हो गया पिछे एक काम बाकी रह गया अपने को एक पिछे काम की रह गया बाकी रह गया तो उसनों लग्या होगा कि जो परसन ने मेरे को एक्सट्रा ने कि मैं तो 90 दिन च काम पूरा करना है तो उन्हें कुछ परसन बाहर निकालते। ठीक है जी तो उन्हें पूछा कहना भी उन्हें किन्ने परसेंट बाहर निकाले ने 60 दिनों बाद ताकि जो काम है वो टाइम पर पूरा हो जाए। हुण देखो जी काम कितना सी टोटल 4 सीगा तो 4 दे विचों आपां टोटल काम 4 सपोज कर लिया कि 3/4 ऑफ द वर्क पूरा होया मतलब कि 4 दे विचों कितना काम पूरा हो गया 3 पूरा हो गया पिछे कितना काम बाकी रह गया 1 रह गया तो ये अपना W1 है ये अपना की है W2 तो जो 3 वर्क नूं 60 वर्कमैन ने किया 60 डेज के किया
ਤਾਂ ਜਿਹੜਾ ਪਿੱਛੇ ਇੱਕ ਕੰਮ ਬਚ ਗਿਆ ਉਸਨੂੰ ਕਿੰਨੇ ਪਰਸੈਂਟ 30 ਡੇਜ਼ ਕਰਨਗੇ, ਕਿਉਂਕਿ 60 ਦਿਨ ਤਾਂ ਉਹਦੇ ਪੂਰੇ ਹੋ ਗਏ, ਉਹਨੇ ਕੁੱਲ 90 ਦਿਨ 'ਚ ਕੰਮ ਕਰਨਾ ਸੀ, ਤਾਂ ਕਿ ਉਹਦੇ ਕੋਲ ਪਿੱਛੇ 30 ਦਿਨ ਬਾਕੀ ਰਹਿ ਗਏ। ਤਾਂ 30 ਦਿਨ 'ਚ ਕੰਮ ਪੂਰਾ ਕਰਨਾ, ਕਿੰਨੇ ਬੰਦੇ ਨੂੰ ਪੂਰਾ ਕਰਨਗੇ, ਆਪਾਂ ਲਿਖ ਲਾਂਗੇ ਜੀ n। ਤਾਂ ਉਰੇ 30 ਨਾਲ 30 ਕੈਂਸਲ ਹੋ ਜਾਊਗਾ, ਸੌਰੀ ਫਿਰ 2 ਆ ਗਿਆ, ਤਾਂ ਉਰੇ 20 ਆ ਜਾਊਗਾ, ਨੀਚੇ ਕੀ ਰਹਿ ਗਿਆ 40 ਰਹਿ ਗਿਆ, ਤਾਂ n ਦੀ ਵੈਲਿਊ ਕਿੰਨੀ ਆ ਜਾਊਗੀ 40 ਆ ਜਾਊਗੀ। ਤਾਂ ਮਤਲਬ ਕਿ 40 ਬੰਦੇ ਇਸ ਕੰਮ ਨੂੰ ਪੂਰਾ ਕਰ ਦੇਣਗੇ। ਤਾਂ ਉਹਨੂੰ ਕਿੰਨੇ ਮੈਨ ਫਾਲਤੂ ਹੋ ਗਏ, ਉਸਦੇ ਕੋਲੇ 60 ਬੰਦੇ ਰੱਖੇ ਹੋਏ ਸੀ, ਉਹਨੇ 40 ਨੇ ਪੂਰਾ ਕਰਨਾ ਸੀ, ਤਾਂ ਉਹਦੇ ਕੋਲੇ 20 ਬੰਦੇ ਕੀ ਹੈ ਫਾਲਤੂ ਹੋ ਗਏ, ਤਾਂ ਉਹ 20% ਨੂੰ ਬਾਹਰ ਨਿਕਾਲ ਦਊਗਾ। ਠੀਕ ਹੈ ਜੀ, ਤਾਂ ਆਪਸ਼ਨ ਬੀ ਆਪਣੇ ਕੋਲ ਕੀ ਆ ਜਾਊਗਾ, ਆंसर ਆ ਜਾਊਗਾ। ਨੈਕਸਟ ਦੇਖੋ ਜੀ क्वेश्चन नंबर 10। क्वेश्चन नंबर 10 है जी, एक कॉन्ट्रैक्टर अंडरटेक्स टू डू ए पीस ऑफ वर्क इन 40 डेज। कहता एक कॉन्ट्रैक्टर 40 दिन काम पूरा करता है। ही इंगेज 100 मैन एट द बिगनिंग, उन्हें 100 मैन रख ले एट द बिगनिंग, एंड 100 मोर मैन आफ्टर 35 डेज, उन्हें 100 मैन होर रख ले आफ्टर 35 डेज, एंड कंप्लीट द वर्क इन टाइम। इफ ही हैड नॉट एंगेज द एडिशनल मैन, then after how many days from the scheduled time the work would be finished। पूरे वर्क आऊगा। देखो जी की क्या है, कहना एक कॉन्ट्रैक्टर ने 40 दिन 'ਚ ਕੰਮ ਪੂਰਾ ਕਰਨਾ ਸੀਗਾ ਜੀ। ਕਹਿੰਦਾ ਉਹਨੇ 100 ਮੈਨ ਰੱਖਿਆ ਸਟਾਰਟਿੰਗ ਦੇ ਵਿੱਚ, ਤੇ 35 ਦਿਨਾਂ ਬਾਅਦ ਉਹਨੇ 100 ਮੈਨ ਹੋਰ ਇੰਟਰੋਡਿਊਸ ਕਰ ਲਿਆ, ਤਾਂ ਕੰਮ ਕੀ ਹੋ ਗਿਆ, ਪੂਰਾ ਹੋ ਗਿਆ। ਠੀਕ ਹੈ ਜੀ, ਜੇ ਕਹਿੰਦਾ ਉਹ ਕੋਈ ਐਡੀਸ਼ਨਲ ਮੈਨ ਨਾ ਰੱਖਦਾ ਤਾਂ ਕਹਿੰਦਾ ਕਿੰਨੇ ਦਿਨਾਂ ਦਾ ਕੰਮ ਲੇਟ ਹੋ ਜਾਂਦਾ। ਤਾਂ ਦੇਖੋ ਬਿਲਕੁਲ ਆਸਾਨ ਕੁਐਸਚਨ ਹੈ। ਤਾਂ ਵਰਕ ਹੈ ਕਿੰਨਾ ਜੀ ਟੋਟਲ 100 into 40 ਹੈ, ਤੇ ਉਸ ਤੋਂ ਬਾਅਦ ਕਿੰਨੇ ਪਰਸਨ ਹੋ ਗਏ, 200 ਪਰਸਨ ਹੋ ਗਏ ਸੀ। ਠੀਕ ਹੈ ਜੀ, ਤਾਂ 200 ਗੁਣਾ ਸੌਰੀ 100 into 40 नहीं है, वर्क कितना जी, पहले 100 दिन, पहले 100 बंदे ने 35 दिन काम किया, तो 3500 काम हो गया। ठीक है जी, 100 into 35 करता, तो ਜਿਹੜੇ ਨੈਕਸਟ 5 ਡੇ ਸੀਗੇ ਉਹਦੇ ਵਿੱਚ ਕਿੰਨੇ ਪਰਸਨ ਨੇ ਕੰਮ ਕੀਤਾ, 200 ਨੇ। ਤਾਂ ਟੋਟਲ ਇੰਨਾ ਵਰਕ ਸੀ ਟੋਟਲ। ਠੀਕ ਹੈ ਜੀ, ਤਾਂ ਹੁਣ ਦੇਖੋ, ਤਾਂ ਉਹਦੇ 40 ਦਿਨ ਪੂਰੇ ਹੋ ਗਏ ਆਪਣੇ ਕੋਲੇ, 35 ਦਿਨ ਆ ਹੋ ਗਏ ਤੇ 5 ਦਿਨ ਆ ਹੋ ਗਏ। ਹੁਣ ਆਪਾਂ ਨੂੰ ਕੀ ਕਹਿ ਰਿਹਾ ਹੈਗਾ, ਜੇ ਕਹਿੰਦਾ ਜਿਹੜਾ ਆਵਲਾ ਕੰਮ ਹੈ ਇਹਦੇ ਵਿੱਚ ਉਹਨੇ 100% ਐਕਸਟਰਾ ਰੱਖਿਆ ਸੀ ਨਾ ਉਹਨੇ, ਜੇ ਕਹਿੰਦਾ ਉਹ 100% ਨਾ ਰੱਖਦਾ ਐਕਸਟਰਾ, ਮਤਲਬ ਕਿ ਜੇ ਇਹੀ ਜਿਹੜਾ 1000 ਕੰਮ ਹੈ, ਜਿਹੜਾ ਇਹ ਵਾਲਾ 1000 ਵਰਕ ਹੈ, ਜੇ ਇਸ ਨੂੰ ਕਿੰਨੇ ਪਰਸਨ ਕਰਦੇ, 100% ਹੀ ਕਰਦਾ ਤਾਂ 5 ਦਿਨ ਦੇ ਵਿੱਚ ਕਰਦਾ। ਮਤਲਬ ਕਿ ਇਸ ਕੰਮ ਨੂੰ 100% ਕਿੰਨੇ ਦਿਨ 'ਚ ਕਰਦਾ। ਦੇਖੋ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਰਿਹਾ, ਪਹਿਲਾਂ 35 ਦਿਨਾਂ ਦੇ ਵਿੱਚ 100 ਮੈਨ ਨੇ ਕੰਮ ਕੀਤਾ, ਫਿਰ ਅਗਲੇ 35 ਦਿਨਾਂ ਬਾਅਦ ਉਹਨੇ 100 ਮੈਨ ਹੋਰ ਐਡ ਕਰ ਲਿਆ, ਤਾਂ 200 ਮੈਨ ਹੋ ਗਿਆ। ਤਾਂ ਮਤਲਬ ਕਿ 1000 ਕੰਮ ਬਾਕੀ ਸੀਗਾ 35 ਦਿਨਾਂ ਬਾਅਦ। ਤਾਂ ਜੇ ਇਹੀ 1000 ਕੰਮ ਨੂੰ, ਜੇ ਇਹੀ 1000 ਜਿਹੜਾ ਵਰਕ ਰਹਿ ਗਿਆ ਆਪਣੇ ਕੋਲੇ, ਇਹਨੂੰ ਜੇ 100 ਮੈਨ ਹੀ ਕਰਦਾ ਤਾਂ ਉਹਨੂੰ 10 ਦਿਨ ਹੋਰ ਲੱਗਣੇ ਸੀਗੇ। ਠੀਕ ਹੈ ਜੀ, ਉਹਨੂੰ 10 ਦਿਨ ਹੋਰ ਲੱਗਣੇ ਸੀਗੇ, ਬਟ ਉਹਦੇ 35 ਦਿਨ ਦੇ ਇੱਥੇ ਪੂਰੇ ਹੋ ਗਏ, ਉਹਨੂੰ 10 ਦਿਨ ਹੋਰ ਲੱਗਦੇ, ਮਤਲਬ ਕਿ ਇਹਦੇ 45 ਦਿਨਾਂ 'ਚ ਕੰਮ ਪੂਰਾ ਹੁੰਦਾ। 45 ਦਿਨ 'ਚ ਕੰਮ ਪੂਰਾ ਹੁੰਦਾ, ਮਤਲਬ ਕਿ 5 ਦਿਨ ਕੀ ਹੋ ਜਾਂਦਾ, ਲੇਟ ਹੋ ਜਾਂਦਾ। ਆਪਸ਼ਨ ਬੀ ਆਪਣੇ ਕੋਲ ਕੀ ਆ ਜੂ, ਆਂਸਰ ਆ ਜੂ। ਅੱਗੇ ਦੇਖੋ ਜੀ क्वेश्चन नंबर 11। हाँ जी, क्वेश्चन 11 की है जी अपने को, 100 वर्कर्स आर इंगेज टू फिनिश ए पीस ऑफ वर्क इन सर्टन नंबर ऑफ डेज। कहता 150 वर्कर ने 150 वर्कर रखा किसी काम ਨੂੰ कुछ नंबर ऑफ डेज ਦੇ ਵਿੱਚ ਪੂਰਾ ਕਰਨ ਦੇ ਲਈ। 4 वर्कर dropped the second day, 4 worker dropped the third day, and so on. It takes 8 more days to finish the work now. Find the number of days in which the work was completed। ਕੀ ਕਹਿ ਰਹੇ ਨੇ ਜੀ, ਕਹਿੰਦਾ ਹਰ ਦੂਸਰੇ ਦਿਨ 4 ਵਰਕਰ ਡ੍ਰੌਪ ਆਊਟ ਹੋ ਰਹੇ ਨੇ, ਹਰ ਦੂਸਰੇ ਦਿਨ 4 ਵਰਕਰ ਡ੍ਰੌਪ ਆਊਟ ਹੋ ਰਹੇ ਨੇ। ਤਾਂ ਕਹਿੰਦਾ ਹੁਣ ਕਹਿੰਦਾ 8 ਦਿਨ ਕੀ ਲੱਗੇ, ਐਕਸਟਰਾ ਲੱਗੇ ਪਹਿਲਾਂ ਨਾਲ। ਫਾਈਂਡ ਦਾ ਨੰਬਰ ਆਫ ਡੇਜ਼ ਇਨ ਵਿਚ ਦਾ ਵਰਕਰ ਵਾਜ਼ ਇਨ ਦਾ ਵਰਕ ਵਾਜ਼ ਕੰਪਲੀਟਡ। ਦੇਖੋ ਜੀ ਇਸ ਕੁਐਸਚਨ ਨੂੰ ਕਿਵੇਂ ਕਰਾਂਗੇ ਆਪਾਂ, ਬਹੁਤ ਵਧੀਆ ਕੁਐਸਚਨ ਹੈ ਇਹ। ਹਾਂਜੀ ਦੇਖੋ ਆਪਾਂ ਇਹਨੂੰ ਕਿਵੇਂ ਕਰਾਂਗੇ ਸਟਾਰਟ। ਦੇਖੋ ਕੀ ਕਹਿ ਰਹੇ ਨੇ, 150 ਵਰਕਰ ਨੇ ਕੁਝ ਨੰਬਰ ਆਫ ਡੇਜ਼ ਕੰਮ ਕਰਦੇ ਨੇ, ਜਿਹੜੇ 4 ਵਰਕਰ ਹਰ ਵਾਰ ਡ੍ਰੌਪ ਹੋ ਰਹੇ ਨੇ। ਮੰਨ ਲਓ ਜਿਹੜਾ ਡੇ 1 ਹੋਊਗਾ ਉਦੋਂ ਕਿੰਨੇ ਵਰਕਰ ਹੋਣਗੇ, ਪੂਰੇ ਦੇ ਪੂਰੇ ਹੋਣਗੇ 150। ਡੇ 2 'ਚ ਕਿੰਨੇ ਹੋਣਗੇ 146, ਡੇ ਜਿਹੜਾ ਡੇ 3 ਕੁਛ 142 ਹੋਣਗੇ। ਤਾਂ ਆਪਾਂ ਕੀ ਸਪੋਜ਼ ਕਰਦੇ ਹਾਂ ਕਿ ਜਿਹੜਾ ਇੱਕ ਵਰਕਰ ਹੈ ਉਹ ਇੱਕ ਕੰਮ ਕਰਦਾ ਹੈ, ਤਾਂ 150 ਵਰਕਰ ਇੱਕ ਦਿਨ 'ਚ ਕਿੰਨਾ ਕੰਮ ਕਰ ਦੂਗਾ, 150 ਕਰ ਦੂਗਾ, ਫਿਰ 146 ਕੰਮ ਹੋਊ, ਫਿਰ 142 ਹੋਊਗਾ।
ਆਪਾਂ ਸਪੋਜ਼ ਕਰ ਲੈਂਦੇ ਕਿ ਜਿਹੜਾ ਇਹ ਕੰਮ ਹੈ ਇਹ n ਡੇਜ਼ ਦੇ ਵਿੱਚ ਕੰਮ ਪੂਰਾ ਹੋ ਗਿਆ। ਤਾਂ ਹੁਣ ਆਪਾਂ ਚੈੱਕ ਕਰਾਂਗੇ ਕਿ ਟੋਟਲ ਕਿੰਨਾ ਵਰਕ ਹੋ ਚੁੱਕਿਆ, ਮਤਲਬ ਕਿ n ਡੇਜ਼ ਦੇ ਵਿੱਚ ਕਿੰਨਾ ਵਰਕ ਹੋ ਚੁੱਕਿਆ। ਤਾਂ ਆਪਾਂ ਨੂੰ ਇੱਕ SN ਦਾ ਫਾਰਮੂਲਾ ਹੁੰਦਾ, ਠੀਕ ਹੈ ਜੀ, AP ਸੀਰੀਜ਼ ਦਾ। ਉਹ ਹੁੰਦਾ ਆਪਣੇ ਕੋਲ, ਮੰਨ ਲਓ ਇੱਕ ਸੀਰੀਜ਼ ਹੈ ਆਪਣੇ ਕੋਲ 1 2 3 4 5। ਆਪਾਂ ਇਹਨਾਂ ਸਮ ਕਰਨਾ ਹੈ। ਸਮ ਕੀ ਹੋਊਗਾ ਜੀ, n/2 ਜਿੰਨੀਆਂ ਨੰਬਰ ਆਫ ਟਰਮਸ ਨੇ, ਪੂਰੇ ਨੰਬਰ ਆਫ ਟਰਮਸ ਕਿੰਨੀਆਂ ਨੇ 5 ਨੇ, ਤਾਂ 5/2। ਉਸ ਤੋਂ ਬਾਅਦ ਹੋਊਗਾ 2a, 2 ਇੰਟੂ ਫਸਟ ਟਰਮ ਕਿੰਨੀ ਹੈ 1 ਹੈ, ਫਸਟ ਟਰਮ ਪਲੱਸ n-1। n ਕੀ ਹੁੰਦਾ ਨੰਬਰ ਆਫ ਟਰਮਸ ਇੰਟੂ d ਹੁੰਦਾ ਕਾਮਨ ਡਿਫਰੈਂਸ। ਮਤਲਬ ਕਿ ਜੇ ਆਪਾਂ 2 ਦੇ ਵਿੱਚੋਂ 1 ਮਾਈਨਸ ਕਰਾਂਗੇ ਤਾਂ ਕੀ ਆ ਜਾਊਗਾ, ਡਿਫਰੈਂਸ ਆ ਜਾਊਗਾ, 1 ਆ ਜਾਊਗਾ। ਠੀਕ ਹੈ ਜੀ, ਮੈਂ SN ਦਾ ਉਰੇ ਫਾਰਮੂਲਾ ਮੈਂ ਲਿਖ ਰਿਹਾ ਜੀ। ਸਮ ਦਾ ਫਾਰਮੂਲਾ ਹੁੰਦਾ ਹੈ AP ਸੀਰੀਜ਼ ਦਾ SN ਇਕੁਅਲ ਟੂ n/2 ਬ੍ਰੈਕਟ ਦੇ ਵਿੱਚ 2 ਇੰਟੂ ਫਸਟ ਟਰਮ T1 ਪਲੱਸ n-1 ਇੰਟੂ d। ਠੀਕ ਹੈ ਜੀ, d ਕੀ ਹੁੰਦਾ ਆਪਣੇ ਕੋਲੇ ਸੈਕਿੰਡ ਟਰਮ ਮਾਈਨਸ ਫਸਟ ਟਰਮ ਹੁੰਦਾ ਹੈਗਾ। ਇਹ SN ਦਾ ਫਾਰਮੂਲਾ ਹੈ। ਤਾਂ ਉਰੇ ਇੱਕ ਚੀਜ਼ ਧਿਆਨ ਰੱਖਿਓ ਕਿ ਉਰੇ ਨੰਬਰ ਆਫ ਟਰਮ ਤੁਸੀਂ n ਸਪੋਜ਼ ਕਰਿਓ। ਉਰੇ ਕੁਝ ਗਲਤੀ ਕੀ ਕਰਦੇ ਨੇ, 150 ਵਰਕਰ ਦਾ ਜਿਹੜਾ ਕੰਮ ਕਰਦੇ ਨੇ ਉਹਦਾ ਸਪੋਜ਼ ਕਰਦੇ ਨੇ ਕਿ ਉਹ ਉਹਨਾਂ ਦੇ ਨੰਬਰ ਆਫ ਡੇਜ਼ n ਹੋਣਗੇ ਤੇ ਉਰੇ n+8 ਕਰ ਲੈਂਦੇ ਨੇ। ਤਾਂ ਫਿਰ ਆਪਣੇ ਕੋਲ ਆਹ ਚੀਜ਼ ਥੋੜੀ ਡਿਫਿਕਲਟ ਬਣ ਜਾਊ ਇਹਨੂੰ ਸੋਲਵ ਕਰਨ ਦੇ ਲਈ। ਠੀਕ ਹੈ ਜੀ, ਤਾਂ ਆਪਾਂ ਕੀ ਸਪੋਜ਼ ਕਰਾਂਗੇ ਕਿ ਜਿਹੜੇ ਜਦੋਂ ਵਰਕਰ ਡ੍ਰੌਪ ਆਊਟ ਹੋ ਰਹੇ ਨੇ ਉਸ ਟਾਈਮ n ਡੇਜ਼ ਦੇ ਵਿੱਚ ਕੰਮ ਹੋ ਰਿਹਾ। ਤਾਂ ਜਿਹੜੇ 150 ਵਰਕਰ ਨੇ ਇਹ n-8 ਡੇਜ਼ ਦੇ ਵਿੱਚ ਕੰਮ ਪੂਰਾ ਕਰਦੇ ਨੇ। ਤਾਂ ਆਪਣੇ ਕੋਲ ਥੋੜੀ ਚੀਜ਼ ਈਜ਼ੀ ਬਣ ਜੂਗੀ ਆ ਚੀਜ਼। ਹੁਣ ਦੇਖੋ ਆਪਾਂ ਇਹਨਾਂ ਦਾ ਸਮ ਕਰਨਾ, ਨੰਬਰ ਆਫ ਟਰਮਸ ਕਿੰਨੀਆਂ ਨੇ ਜੀ n ਨੇ, ਕਿਉਂਕਿ n ਨੰਬਰ ਆਫ ਡੇਜ਼ ਸਪੋਜ਼ ਕੀਤੇ ਨੇ, ਪੂਰੇ n/2 ਆ ਗਿਆ। ਹੁਣ ਆ ਜਾਊਗਾ 2 ਇੰਟੂ ਫਸਟ ਟਰਮ, ਕਿਹੜੀ ਹੈ ਜੀ ਫਸਟ ਟਰਮ 150 ਹੈ, ਤਾਂ 2 ਇੰਟੂ 150 ਕਿੰਨਾ ਆ ਜਾਊਗਾ 300 ਆ ਜਾਊਗਾ, ਪਲੱਸ n-1। n ਕਿੰਨੀਆਂ ਨੇ, ਨੰਬਰ ਆਫ ਟਰਮਸ n ਨੇ, n-1 ਕਰ ਦਾਂਗੇ ਇੰਟੂ d ਕੀ ਹੈ ਕਾਮਨ ਡਿਫਰੈਂਸ T2 ਮਾਈਨਸ T1। 146 ਚੋਂ ਆਪਾਂ 150 ਮਾਈਨਸ ਕਰਾਂਗੇ ਤਾਂ -4 ਆ ਜਾਊ। ਠੀਕ ਹੈ ਜੀ, ਇਹ ਆਪਣੇ ਕੋਲ ਕੀ ਆ ਗਿਆ, ਟੋਟਲ ਵਰਕ ਆ ਗਿਆ। ਤਾਂ ਇੱਧਰ ਕਿੰਨਾ ਆਊਗਾ ਟੋਟਲ ਵਰਕ, ਜਦੋਂ 150 ਵਰਕਰ ਕੰਮ ਕਰਦੇ ਸੀਗੇ ਤਾਂ ਆਪਣੇ ਕੋਲ 8 ਦਿਨ ਕੀ ਸੀਗੇ, ਘੱਟ ਸੀਗੇ। ਫਿਰ ਕੀ ਲਿਖਾਂਗੇ ਆਪਾਂ 100 n-8। ਤਾਂ ਆਪਣੇ ਕੋਲ ਕੀ ਬਣ ਜਾਊਗਾ, 2 ਇੱਧਰ ਜਾ ਕੇ ਮਲਟੀਪਲਾਈ ਹੋ ਜਾਊਗਾ, ਇਹ ਬਣ ਜਾਊਗਾ 300 n ਮਾਈਨਸ 2400। ਇੱਥੇ ਬਣ ਜੂ n ਮਲਟੀਪਲਾਈ ਹੋਊਗਾ ਜੀ 300 n प्लस -4n। तो देखो मोरे की कर रहे हैं, -4 n नाल भी मल्टीप्लाई कर रहे हैं, ए नाल भी कर रहे हैं, ये बन जूगा -4n का स्क्वायर प्लस का की बन जूगा 4n। तो 300n कैंसल हो गया। तो उरे एंड मेरे को फाइनल बच गया 4n स्क्वायर -4n माइनस 2400 इक्वल टू 0। तो इतने मेरे को की हो जाऊगा 4 कॉमन निकल के कैंसल हो जाऊगा, n स्क्वायर -n माइनस 600 इक्वल टू 0। ठीक है जी, आ अपने को टर्म्स बन गई। हुण अपने को जिहड़े n के फैक्टर बनणगे वो 25 ते 24 बनणगे, 25n प्लस द 24n माइनस 600 इक्वल टू 0। तो जितों आप n की वैल्यू करांगे कैलकुलेट, n कितना आ जाऊगा 25 आ जाऊगा। चेक कर लेने जी आप n -25 प्लस 24 n -25 इक्वल टू 0। ठीक है जी, तो हुण n -25 n प्लस 24 इक्वल टू 0। तो n की वैल्यू ज़्यादा 25 आऊगी या -24 आऊगी। तो -24 हो नहीं सकती, नैगेटिव, तो पॉजिटिव टर्म आप लिख लाँगे। तो मतलब कि इन्होंने की पूछा, फाइंड द नंबर ऑफ डेज इन विच द वर्क वाज कंप्लीटेड। तो हुण n की वैल्यू कितनी आ गई 25 आ गई। मतलब कि जिहड़े बाद विच परसन होणगे वो 25 दिन काम पूरा करते होणगे, तो जिहड़े पहले वाले होणगे वो 25 माइनस 8 करते होणगे, मतलब कि 17 दिन करते होणगे। ठीक है जी, फाइंड द नंबर ऑफ डेज इन विच द वर्क वाज कंप्लीटेड। ठीक है जी, आ चीज़ इन्होंने पूछी है अपने तो सॉरी इत्थे आपां 25 आंसर लगावांगे जी, क्योंकि 25 दिन काम पूरा होया, क्योंकि हर डे 4 परसन ड्रॉप कर रहे थे। आही चीज़ पूछी इन्होंने, मतलब कि जे उरे क्योंकि इफ वाला केस नहीं है उरे, इन्होंने कहा कि कहना 4 वर्कर ड्रॉप हो रहे हैं हर दिन, तो कितने दिन काम पूरा होगा, 25 दिन काम पूरा हो जाएगा। इस तो क्या करते हैं जी आप क्वेश्चन नंबर 12।
क्वेश्चन नंबर 12 की है, एक कैनाल ऑफ विलेज कैन बी क्लीनड बाय 24 विलेजर इन 12 डेज, देन द नंबर ऑफ डेज इन विच 36 विलेजर कैन क्लीन दिस कैनाल। तो सिंपल है जी, 24 इंटू 12 टोटल वर्क है, जिसनों 36% करने तो कितने नंबर ऑफ डेज के वर्क पूरा होगा। ठीक है जी, उरे 8 आ गया, तो एन की वैल्यू कितनी आ गई 8। अगे देखो जी क्वेश्चन नंबर 13, working 7 hours in a day, 4 men can do the piece of work in 8 days. Working 8 hours in a day, the required number of men to perform the same work in 4 days will be। ਹੁਣ ਆਪਾਂ ਨੇ ਦੇਖੋ वर्क सेम है जी, तो W1 W2 सेम आ गया, तो आप उरे की लिखांगे 7 आवर इंटू 4 मैन 8 डेज के काम पूरा कर देने जी। तो की क्या कहना, 8 आवर जो काम करनगे तो 4 दिन किन्ना किन्ने परसेंट काम पूरा कर देंगे। अपने नंबर ऑफ मैन की वैल्यू पता करनी है भी किन्ने मैन काम पूरा करनगे। ठीक है जी, किन्ने आप सपोज कर लें कि एन नंबर ऑफ मैन काम नूं पूरा करनगे एन। तो हुण आर एम डी सारे कैंसल हो जाएंगे, आर ते डे का 8 ना 8 कैंसल हो जाऊगा, 4 ना 4 कैंसल हो जाऊगा, पिछे किन्ने बच गए 7 मैन काम नूं पूरा कर देंगे। अगे देखो जी क्वेश्चन नंबर 14, हाँ जी क्वेश्चन नंबर 14 की है, द रेशियो ऑफ अमाउंट ऑफ वर्क डन बाय एक्स माइनस 1 लेबर इन एक्स प्लस 1 डेज एंड डेट डन बाय एक्स प्लस 1 लेबर इन एक्स प्लस 2 डेज इज 5:6, देन फाइंड द वैल्यू ऑफ एक्स। देखो जी ये कितना काम करनगे जी, एक्स माइनस 1 लेबर ने तो एक्स प्लस 1 डे लगाते हैं जी, ये काम पूरा करेंगे। जे एक्स प्लस 1 लेबर होणगे तो एक्स प्लस 2 डे के कितना काम करनगे, एक्स प्लस 2 करनगे। तो कहना जी इन्हों की काम की रेशो बनती है वो 5:6 बनती है, तो अपने एक्स की वैल्यू फाइंड करनी है। तो सिंपल है जी, कैंसल हो जाऊगा, पूरे डिफरेंस किन्ने का -1 तो 2 डिफरेंस किन्ने का 3 का, आप 3 नाल मल्टीप्लाई कर देंगे ऊपर नीचे, तो मतलब कि एक्स माइनस 1 की वैल्यू कितनी आ जाऊगी 15 आ जाऊगी। ठीक है जी, एक्स माइनस 1 कितना आ गया 15 आ गया, एक्स कितना आ जाऊगा 16 आ जाऊगा। ऑप्शन ए अपना की आ जाओ आंसर आ जाओ। अगे देखो जी क्वेश्चन नंबर 15, क्वेश्चन 15 है जी, 35% आर एंगेज टू कंप्लीट ए वर्क इन 60 डेज, आफ्टर 32 डेज इट इज ऑब्जर्व दैट ओनली 2/5 पार्ट ऑफ द वर्क हैज बीन डन, द नंबर ऑफ परसन टू एंगेज टू कंप्लीट द रिमेनिंग वर्क इन द सेड पीरियड इज। तो वो की कह रहा, कहता 35% किसी काम पर लगाया गया जो उन्होंने 60 दिन च पूरा करना सीगा। 32 दिनों बाद की देखा कि सिर्फ वर्क का 2/5 पार्ट ही पूरा होया, मतलब कि 5 दे विचों सिर्फ 2 वर्क पूरा होया। कितना काम पेंडिंग है, कितना काम पेंडिंग है 3। तो कहना किन्ने परसन होर लगा दिए, द नंबर ऑफ परसन टू बी इंगेज टू कंप्लीट द रिमेनिंग वर्क इन द सेड पीरियड इज। तो कहना किन्ने परसन होर लगाए जाए। तो देखो जी जो 2 वर्क है अपना W1 है W2, तो जो 2 वर्क है वो 35% ने पूरा किया 32 डेज के विच किया। ठीक है जी, 32 दिन च करता। तो हुण किन्ने परसन जो वर्क 3 है इनू करनगे, अपने को जो नंबर ऑफ डेज कितने 60 ने, तो इन्हों को बच गए 28 दिन पिछे बच गए। तो हम अपने एन की वैल्यू उरों फाइंड करनी है, पूरे 8 आ जाऊगा, उरे 7 आ जाऊगा, पूरे कैंसल करेंगे 5 आ जाऊगा, पूरे करेंगे 4 आ जाऊगा। तो मेरे को बच गया 1/20 3/n, एन की वैल्यू कितनी आ जाऊगी 60, मतलब कि टोटल 60 बंद ने काम किया हो। तो 35 बंदे तो पहला ही काम कर रहे थे। ठीक है जी, तो किन्ने परसन नवे लगे होंगे 25, तो 25% न्यू ऐड हो गए। ठीक है जी, आंसर डी अपने को आंसर। अगे देखो जी क्वेश्चन नंबर 16, if 90 men can do a certain job in 16 days working 12 hours a day, then the part of that work which can be completed by 70 men in 24 days working 8 hours per day। तो कहना किनवा हिस्सा काम का पूरा होया। देखो जी की कह रहे हैं जी, कहना 90 मैन कैन डू ए सर्टन जॉब इन 16 डेज वर्किंग 12 आवर्स ए डे। कहना जो 90 मैन ने वो कितना काम करते हैं जी पूरा 16 दिन च काम पूरा करते हैं, तो एक दिन च 12 घंटे काम करते हैं। तो ये अपने को मैन हो गया, ये अपने को की हो गया टाइम हो गया। तो टोटल ये अपने को की निकलिया है वर्क निकलिया है। then part of that work which can be completed by 70 men in 24 days working 8 hours per day। तो कहना जी कहना 70 मैन काम करनगे तो 24 दिन च उन्होंने काम करना है
8 ਘੰਟੇ ਦਿਨ ਦੇ ਹਿਸਾਬ ਨਾਲ, ਤਾਂ ਕਿੰਨਵਾਂ ਹਿੱਸਾ ਕੰਮ ਦਾ ਪੂਰਾ ਹੋ ਜਾਊਗਾ। ਤਾਂ ਕਿੰਨਾ ਕੰਮ ਪੂਰਾ ਹੋਊਗਾ ਜੀ, 70 ਮੈਨ ਦਾ 24 into 8 ਡੇ 8 ਆਰ ਪਰ ਡੇ ਦੇ ਅਕੋਰਡਿੰਗ। ਤਾਂ ਉਰੇ ਆਪਾਂ ਇਹਦਾ ਆਂਸਰ ਨਿਕਾਲ ਲਾਂਗੇ ਜੀ, ਸਿੰਪਲ 2 ਆ ਗਿਆ, 8 ਆ ਜੂਗਾ, 8 ਇਹਦੇ ਨਾਲ ਕੈਂਸਲ ਹੋ ਜਾਊਗਾ, ਤਾਂ 7/9 ਆ ਗਿਆ। ਤਾਂ 7/9 ਪਾर्ट ऑफ द वर्क इज कंप्लीट, ऑप्शन सी। नेक्स्ट है जी क्वेश्चन नंबर 70। सप्लाई ऑफ जूस लास्ट फॉर 35 डे, कहना एक जूस की सप्लाई है जी कि 35 दिन तक ही है, 35 दिन तक ही चल सकती है। इफ द यूज इज इंक्रीज बाय 40%, जी कहना 40% ਉਹਦਾ यूज ਵੱਜੇ, द नंबर ऑफ डेज वुड द सेम अमाउंट ऑफ जूस लास्ट। देखो जी बिल्कुल आसान है, जे ਆਪਾਂ ਇਹਨੂੰ ਸਿੰਪਲ ਇਸ ਤਰੀਕੇ ਨਾਲ ਕਰ ਲਈ ਕਿ 40% ਦਾ ਮਤਲਬ ਕਿੰਨਾ ਹੈਗਾ 2/5, ਮਤਲਬ ਕਿ ਪਹਿਲਾਂ ਜੂਸ ਦੀ ਜਿਹੜੀ ਖਪਤ ਸੀਗੀ ਉਹ 5 ਸੀ, ਹੁਣ ਕਿੰਨੀ ਹੋ ਗਈ 7 ਹੋ ਗਈ। ਤਾਂ ਨੰਬਰ ਆਫ ਡੇਜ਼ ਦਾ ਇਹਦਾ ਕੀ ਹੋ ਜਾਣਗੇ, ਇਹਦਾ ਆਪਾਂ ਉਲਟਾ ਕਰ ਦਾਂਗੇ, ਆਪਾਂ ਇਹਦਾ 7/5 ਆ ਜਾਊਗਾ। ਠੀਕ ਹੈ ਜੀ। ਤਾਂ ਪਹਿਲਾਂ 35 ਦਿਨ ਜੂਸ ਚੱਲਦਾ ਸੀਗਾ, 7 ਦੀ ਵੈਲਿਊ 35, 5 ਦੀ ਵੈਲਿਊ ਕਿੰਨੀ ਆ ਜਾਊਗੀ 25 ਆ ਜਾਊਗੀ। ਤਾਂ ਹੁਣ 25 ਦਿਨ ਜੂਸ ਚੱਲੂਗਾ, ਆਪਸ਼ਨ ਸੀ। ਜਾਂ ਤੁਸੀਂ ਇਹਨੂੰ ਇਸ ਤਰੀਕੇ ਨਾਲ ਵੀ ਕਰ ਸਕਦੇ ਹੋਗੇ, ਪਹਿਲਾਂ ਜੂਸ ਦੀ ਕਿੰਨੀ ਇੱਕ ਦਿਨ 'ਚ ਖਪਤ ਹੁੰਦੀ ਸੀਗੀ 5, ਤਾਂ ਜੂਸ ਕਿੰਨਾ ਚੱਲਦਾ ਸੀ 35 ਦਿਨ, ਤਾਂ 35 ਗੁਣਾ 5 ਕੀ ਹੋ ਗਿਆ, ਜੂਸ ਟੋਟਲ ਹੋ ਗਿਆ। ਹੁਣ ਜੂਸ ਦੀ ਖਪਤ ਕਿੰਨੀ ਹੋ ਰਹੀ ਹੈ 7 ਹੋ ਰਹੀ ਹੈ, ਤਾਂ ਕਿੰਨੇ ਦਿਨ ਜੂਸ ਚੱਲੂਗਾ 5 ਗੁਣਾ 5 25 ਦਿਨ। ठीक है जी। अगे देखो क्वेश्चन नंबर 8। हाँ जी देखो क्वेश्चन नंबर 18 की है, द एक्सपेंडिचर ऑन गैस इज ₹450, कहना 450 रुपये की है ਉਹਦਾ गैस का खर्चा हो गया, एक्सपेंडिचर हो गया। इफ 6 बर्नर ਜਿਹੜੇ 6 बर्नर ने लाइट फॉर 8 डेज एंड 6 आवर पर डे, मतलब कि 6 बर्नर मिलके 8 गुणा 6 किन्ने घंटे हो गए 48 आवर ਦੇ ਵਿੱਚ 450 रुपये की ਜਿਹੜਾ ਉਹਦਾ ਗੈਸ ਕੀ ਕਰ ਦਿੰਦੇ ਨੇ, ਕੰਜ਼ਿਊਮ ਕਰ ਦਿੰਦੇ ਨੇ। ਤਾਂ ਕਹਿੰਦਾ ਹਾਊ ਮੈਨੀ ਬਰਨਰ ਆਰ ਰਿਕੁਆਇਰਡ ਟੂ ਐਕਸਪੈਂਸ ₹625, ਵੀ ਉਹ 625 ਰੁਪਏ ਦੀ ਜਿਹੜੀ ਗੈਸ ਹੈ ਉਹਨੂੰ 5000 ਲਾਈਟ ਪਰ ਡੇ ਦੇਣਗੇ। ਲਾਈਟ 5 ਘੰਟੇ ਚੱਲਦੇ ਨੇ ਇੱਕ ਦਿਨ ਦੇ ਵਿੱਚ, ਤੇ 10 ਦਿਨਾਂ ਦੇ ਵਿੱਚ 625 ਦੀ ਗੈਸ ਉਹਨਾਂ ਨੇ ਕੰਜ਼ਿਊਮ ਕਰਨੀ ਹੈ। ਤਾਂ ਕਹਿੰਦਾ ਕਿੰਨੇ ਬਰਨਰ ਦੀ ਆਪਾਂ ਨੂੰ ਲੋੜ ਹੋਊਗੀ। ਤਾਂ ਦੇਖੋ ਜੀ ਸਿੰਪਲ ਜੀ ਗੱਲ ਹੈ, 450 ਆਪਣਾ ਕੀ ਹੋ ਗਿਆ, ਵਰਕ ਹੋ ਗਿਆ, W1 ਉਰੇ ਕੀ ਲਿਖਾਂਗੇ 625। ਉਰੇ ਕਿੰਨੇ ਬਰਨਰ ਕੰਮ ਕਰਦੇ ਨੇ 6 ਬਰਨਰ, ਟਾਈਮ ਕਿੰਨਾ ਜੀ 48 ਆਰ ਨੇ। ਉਰੇ ਕਿੰਨੇ ਬਰਨਰ ਕੰਮ ਕਰਦੇ ਨੇ ਆਪਾਂ ਨੇ ਪਤਾ ਕਰਨਾ, ਟਾਈਮ ਕਿੰਨਾ ਇਹਨਾਂ ਨੇ ਲੈਣਾ 5 ਆਰ 10 ਡੇਜ਼ 50 ਆਰ। ਤਾਂ ਹੁਣ ਆਪਾਂ ਜੋ ਕੈਂਸਲ ਹੁੰਦਾ ਕੈਂਸਲ ਕਰਾਂਗੇ ਜੀ ਆਪਾਂ ਇਹਨੂੰ। ਤਾਂ 25 ਗੁਣਾ 25 625, ਉਰੇ 2 ਆ ਜਾਊ, ਉਰੇ ਕਿੰਨਾ ਆ ਜਾਊਗਾ 24 ਆ ਜਾਊਗਾ। ਤਾਂ 25 ਨੂੰ ਇੱਧਰ ਕੈਂਸਲ ਕਰਾਂਗੇ ਆਪਾਂ, 18 ਆ ਜਾਊਗਾ, 3 ਆ ਗਿਆ, 8 आ जाओ। तो एन की वैल्यू कितनी आ गई 8 आ गई। सारा कुछ कैंसिल हो चुका, उस तो बाद 8 आंसर बाकी रह गया, ऑप्शन बी की है अपने को आंसर। नैक्सट देखो जी क्वेश्चन नंबर 19। हाँ जी क्वेश्चन नंबर 19 की है जी अपने को 40% कैन डू ए वर्क इन 15 डेज, 40% ने 15 दिन काम पूरा करते हैं। इफ दे वर्क 8 आवर पर डे, then in how many days 60% can complete the double the work if they work 4 hour per day। आगे की कह रहे हैं जी, if the work done by 3% of first type in 2 hour is same as the work done by 4% of the second type in 3 hour। देखो जी उरे की कह रहे हैं, परसन दो तरह के परसन ने उरे, ਆਪਾਂ ਨੂੰ ਜਿਹੜੀ ਲਾਸਟ ਲਾਈਨ ਤੋਂ ਹੋ ਰਿਹਾ ਕਲੈਰੀਫਾਈ, ਇਫ ਦਾ ਵਰਕ ਡਨ ਬਾਈ 3% ਆਫ ਫਸਟ ਟਾਈਪ, ਜਿਹੜੇ ਉੱਪਰਲੇ ਵਰਕਰ ਸੀ, ਇਹ ਵਰਕਰ ਸੀਗੇ ਫਸਟ ਟਾਈਪ ਵਾਲੇ, is same as work done by 4% second type in 3 hour। ਆਪਣੇ ਕੋਲੇ ਵਰਕਰ ਦੀਆਂ ਦੋ ਟਾਈਪਸ ਨੇ, ਤਾਂ ਜਿਹੜੇ ਪਹਿਲਾ ਵਰਕਰ ਨੇ ਉਹ 3% 2 ਘੰਟੇ 'ਚ ਕੰਮ ਕਰਦੇ ਨੇ, ਠੀਕ ਹੈ ਜੀ। ਤੇ ਉਹੀ ਕੰਮ ਨੂੰ 4% ਕਰਦੇ ਨੇ 3 ਘੰਟੇ 'ਚ ਕਰਦੇ ਨੇ। ਪਹਿਲਾਂ ਕੀ ਸੀਗਾ 3% 2 ਘੰਟੇ 'ਚ ਕਰਦੇ ਸੀਗੇ ਤੇ 4% 3 ਘੰਟੇ 'ਚ ਕਰਦੇ ਨੇ। ਤਾਂ ਜਿਹੜਾ ਇਹ ਵਰਕ ਬਰਾਬਰ ਹੈ, ਤਾਂ ਆਪਾਂ ਇਸ ਵਰਕ ਇਹਨਾਂ ਵਰਕਰਾਂ ਦੀ ਜਿਹੜੇ ਫਸਟ ਟਾਈਪ ਦੀ ਵਰਕਰ ਦੀ ਐਫੀਸ਼ੀਐਂਸੀ ਮੰਨਾਂਗੇ ਆਪਾਂ E1 ਐਫੀਸ਼ੀਐਂਸੀ,
ਸੈਕੰਡ ਟਾਈਪ ਦੇ ਵਰਕਰ ਦੀ ਆਪਾਂ ਐਫੀਸ਼ੀਐਂਸੀ ਮੰਨਾਂਗੇ ਆਪਾਂ E2 ਐਫੀਸ਼ੀਐਂਸੀ। ਪਹਿਲਾਂ ਆਪਾਂ ਨੂੰ E1 ਤੇ E2 ਹੀ ਫਾਈਂਡ ਕਰਨੀ ਪਊਗੀ, ਫਿਰ ਆਪਾਂ ਉੱਪਰਲਾ ਕੁਐਸਚਨ ਨੂੰ ਅਟੈਂਪਟ ਕਰਾਂਗੇ। ਤਾਂ ਦੇਖੋ ਕੀ ਕਿਹਾ, ਇਫ ਦਾ ਵਰਕ ਡਨ ਬਾਈ 3 ਪਰਸਨ ਆਫ ਫਸਟ ਟਾਈਪ, ਇਹਨਾਂ ਦੀ ਐਫੀਸ਼ੀਐਂਸੀ ਕਿੰਨੀ ਹੈ E1 ਹੈ, ਜਿਹੜੇ 3 ਪਰਸਨ ਨੇ, ਤਾਂ 3 E1 ਐਫੀਸ਼ੀਐਂਸੀ ਹੋ ਗਈ ਇਹਨਾਂ ਦੀ। ਇਹਨਾਂ ਨੇ 2 ਘੰਟੇ 'ਚ ਕੰਮ ਕੀਤਾ, ਤਾਂ 2 ਘੰਟੇ 'ਚ ਕਿੰਨਾ ਕੰਮ ਕਰਨਗੇ, ਇੰਨਾ ਕੰਮ ਹੋ ਜਾਊਗਾ ਟੋਟਲ 3 E1 × 2। ਸੈਕੰਡ ਟਾਈਪ ਆਫ ਵਰਕਰ ਜਿਨ੍ਹਾਂ ਦੀ ਐਫੀਸ਼ੀਐਂਸੀ ਕਿੰਨੀ ਹੈ E2 ਹੈ, ਉਹ 4 ਪਰਸਨ ਕੰਮ ਕਰ ਰਹੇ ਨੇ, ਉਹਨਾਂ ਨੇ ਕੰਮ ਕੀਤਾ 3 ਘੰਟੇ ਦੇ ਵਿੱਚ। ਤਾਂ ਇਟ ਮੀਨਸ E1/E2 ਕਿੰਨਾ ਆ ਜਾਊਗਾ ਆਪਣੇ ਕੋਲੇ 12/6 2/1 ਆ ਜਾਊਗਾ। मतलब कि जे E2 परसन की एफिशिएंसी 6 है, सॉरी जे E1 की एफिशिएंसी 2 है, तो E2 की एफिशिएंसी कितनी है 1 है। इतों अपन एफिशिएंसी पता कर ली वर्कर की फस्ट टाइप के सैकेंड टाइप ने। हुण देखो जी, हुण आप क्वेश्चन ते आने 40 परसन किसी काम नूं पूरा करते हैं 15 दिन च करते हैं, 8 हर एक दिन च काम करते हैं, तो इन्हां दी एफिशिएंसी कितनी है 2 है। ठीक है जी, इन्होंने एक काम करता 1 अपने वर्क कितना सपोज कर लिया, कितना काम किया इन्होंने 1 यूनिट। अगे की कह रहे हैं, देन इन हाउ मैनी डेज 60 परसन हम काम करनगे, कैन कंप्लीट डबल द वर्क, पिछले काम तो डबल करनगे, वर्क 4 आवर पर डे, 4 घंटे काम करनगे। ठीक है जी, तो किन्ने डेज के काम पूरा हो जाऊगा, अपने डेज पता करने ने। इन्हों की एफिशिएंसी कितनी है E2 है, तो E2 की वैल्यू कितनी है अपने को 1। ठीक है जी, E2 की वैल्यू कितनी अपने को 1 है। तो हम देखो जी, अपने D की वैल्यू फाइंड करनी है सिंपल, 2 नाल कैंसल होकर पूरे 2 आ जाऊगा, 2 कैंसल करूँगा, इसमें कैंसल कर दूंगा, 15 × 15 15 चौक 60 4 हो जाऊगा, उरे कितना आ जाऊगा 2 आ जाऊगा। तो फाइनल D कितना आ गया मेरे को 40 × 2 80 आ गया। तो 80 डेज के विच काम करनगे, ऑप्शन सी आ जाऊगा। ठीक है जी, इस क्वेश्चन खास गल की सी कि 2 परसन की एफिशिएंसी भी डिफरेंट है। तो पहला आप एफिशिएंसी की निकाल ली रेशो, फिर आपने जिमें आप पहला क्वेश्चन करते हैं कि नीचे W1/M1 T1 तो E1 लैके आपने क्वेश्चन किया है। ठीक है जी, तो स्टार्टिंग वीडियो दोबारा देखो जिन्हें नहीं देखी है, स्टार्टिंग मैं सारी चीज़ मैं दसी हुई है, E1 तो E2 भी आपने कंसीडर कर सकते हैं क्वेश्चन के। अगे देखो जी क्वेश्चन नंबर 20। क्वेश्चन नंबर 20 की है जी, 30 परसन कैन कंप्लीट ए वर्क इन 10 डेज, इफ दे वर्क फॉर 4 आवर पर डे, देन इन हाउ मैनी डेज 45 परसन कैन कंप्लीट डबल द वर्क if they work 8 hours per day. It is known that 2 person of first type can do the same work in 2 hours that can be completed by 4 person of second type in 1 hour. ठीक है जी, तो हम इतों आप इन्हों की एफिशिएंसी फिर दोबारा डिफरेंट है इस क्वेश्चन के भी। तो देखो पहला आप क्वेश्चन लिखते हैं, पहला जो वर्क सीगा 1 होया, फिर कितना होया 2 होया, क्योंकि डबल किया वर्क। पहला 30 परसन काम करते वर्क करते 10 दिन के विच, तो 4 घंटे काम करते सी, इन्हां दी एफिशिएंसी लिख ली आपने E1। हुण दूसरे केस की है, 2 परसन काम डबल हो रहा है, 45 परसन काम कर रहे हैं, 8 दिन 8 घंटे काम करते हैं एक दिन के, तो नंबर ऑफ डेज आपने काउंट करने हैं, हाउ मैनी डेज, तो मैं D लिख लिया उरे। इन्हां दी एफिशिएंसी कितनी है E2। हुण आपने E1 तो E2 की वैल्यू फाइंड करनी है, किवें करांगे जी। इट इज़ नोन डैट 2 परसन ऑफ फस्ट टाइप, जो 2 परसन ने, मान लो फस्ट टाइप के परसन की एफिशिएंसी E1 है, तो 2 E1 ऑफ फस्ट टाइप कैन डू द सेम वर्क इन 2 आवर, 2 घंटे च काम करते हैं। डैट कैन बी कंप्लीटेड बाय 4 परसन ऑफ सैकेंड टाइप, मतलब उन्होंने एफिशिएंसी सैकेंड टाइप की होगी E2, 1 आवर च काम करते। तो 4 कैंसल हो गया जी, तो मतलब E1 = E2 ही आ गया। तो E1 = जो E2 कैंसल हो जाएंगे, उरे आ जाऊगा 4 आ जाऊगा, अब 4 ना कैंसल हो जाऊगा, 15 से कैंसल करा 15, उरे 2 उरे 3, तो अपने को बच गया 20 = 3 × D, तो D कितना आ गया अपने को 20/3 आ गया, मतलब कि 6 and 2/3 डेज। ऑप्शन ए अपने को आ जू आंसर आ जू। ठीक है जी, तो आप इस क्लास आप इन्ना की करते हैं 20 क्वेश्चन। ठीक है जी, तो इस तो बाद कुछ क्वेश्चन होर ने जो आप लैक्चर च करांगे, तो वो वास्ते नैक्सट वीडियो का वेट करो जी, या फिर नैक्सट पार्ट देखो इसका। थैंक यू।